ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਸਰਦਾਰ ਜਸਪਾਲ ਸਿੰਘ ਢਿੱਲੋਂ, ਜੋ ਸਿਰਫ ਤੇ ਸਿਰਫ ਅੱਜ ਤੱਕ ਪੰਜਾਬੀਅਤ ਲਈ ਪੱਤਰਕਾਰੀ ਕਰਦੇ ਆਏ ਨੇ। ਇਸੇ ਕਰਕੇ ਇਹਨਾਂ ਦੀ ਬਹੁਤ ਸਾਰੇ ਪੰਜਾਬੀ ਕਿੱਤਿਆਂ ਦੇ ਉੱਤੇ, ਪੰਜਾਬੀ ਸਬਜੈਕਟਸ ਦੇ ਉੱਤੇ ਪਕੜ ਹੈ। ਤੇ ਸਰਦਾਰ ਢਿੱਲੋਂ ਸਾਹਿਬ ਨੇ ਅੱਜ ਨਾਲ ਆਮੰਤਰਿਤ ਕੀਤਾ ਹੈ ਜੀ ਸਟੂਡੀਓ ਦੇ ਵਿੱਚ ਸਰਦਾਰ ਰਾਜ ਮੋਹਨ ਸਿੰਘ ਕਾਲੇਕਾ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਵਾਰਡ ਵੀ ਦਿੱਤਾ ਹੈ 2018 ਦੇ ਵਿੱਚ, ਤੇ ਸਟੇਟ ਲੈਵਲ ਅਵਾਰਡੀ ਵੀ ਨੇ। ਇਹ ਖੇਤੀ ਦੇ ਵਿੱਚ ਕੰਮ ਕਰਦੇ ਨੇ, ਜ਼ਹਿਰ ਰਹਿਤ ਖੇਤੀ, ਯਾਨੀ ਕਿ ਜੋ ਕੁਛ ਅਸੀਂ ਖਾ ਰਹੇ ਹਾਂ ਜ਼ਹਿਰ ਰਹਿਤ ਖਵਾਉਣ ਲਈ ਸਾਨੂੰ ਇਹ ਉਪਰਾਲੇ ਕਰਦੇ ਨੇ, ਉਹਦੇ ਲਈ ਇਹਨਾਂ ਨੂੰ ਅਵਾਰਡ ਦਿੱਤੇ ਗਏ ਨੇ। ਤੇ ਇੱਕੋ ਇੱਕ ਕਿਸਾਨ ਹੈ ਜਿਸ ਸ਼ਖਸ ਨੇ ਅੱਜ ਤੱਕ ਮੋਦੀ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਕਿਸਾਨ ਬਾਰੇ ਸੋਚੋ। ਕਿਸਾਨ ਅੰਦੋਲਨ ਤੋਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ, ਯਾਨੀ ਕਿ ਦੂਰ ਅੰਦੇਸ਼ੀ ਇਸ ਸ਼ਖਸ ਦੀ ਉਹਨੂੰ ਸਲਾਮ ਕਰਨਾ ਬਣਦਾ ਆ। ਤੇ ਆਓ ਰਲ ਕੇ ਸਵਾਗਤ ਕਰਦੇ ਹਾਂ ਇਹਨਾਂ ਦਾ। ਸਰਦਾਰ ਰਾਜ ਮੋਹਨ ਸਿੰਘ ਕਾਲੇਕਾ, ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਹਲੂਵਾਲੀਆ ਸਾਹਿਬ ਤੇ ਢਿੱਲੋਂ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਸਾਰੇ ਦਰਸ਼ਕਾਂ ਦੇ ਸਾਹਮਣੇ ਰੂਬਰੂ ਕੀਤਾ ਹੈ ਜੀ। ਧੰਨਵਾਦ ਜੀ। ਕਾਲੇਕਾ ਸਾਹਿਬ, ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਕਿਸਾਨਾਂ ਦੀ ਆਵਾਜ਼। ਅੱਜ ਸੜਕਾਂ ਤੇ ਉਤਰਿਆ ਹੋਇਆ ਕਿਸਾਨ, ਤੇ ਤੁਸੀਂ ਮੈਨੂੰ ਲੱਗਦਾ ਹੈ ਕਿ ਪਹਿਲੇ ਸ਼ਖਸ ਹੋਵੋਗੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮੌਕੇ ਦਾ ਫਾਇਦਾ ਉਠਾਇਆ ਤੇ ਆਵਾਜ਼ ਤੁਸੀਂ ਪਹਿਲਾਂ ਹੀ ਕਿਸਾਨਾਂ ਦੀ ਚੱਕਤੀ। ਕੀ ਦੂਰ ਅੰਦੇਸ਼ੀ ਸੀ ਉਸ ਵੇਲੇ, ਕੀ ਸੋਚ ਸੀ ਜੀ? ਆਹਲੂਵਾਲੀਆ ਸਾਹਿਬ, ਅਸੀਂ ਸ਼ੁਰੂ ਤੋਂ ਹੀ ਖੇਤੀ ਕਿੱਤੇ ਨਾਲ ਜੁੜੇ ਹੋਏ ਹਾਂ। ਜਿਹੜੀਆਂ ਖੇਤੀ ਦੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਭਲੀ ਭਾਂਤ ਜਾਣੂ ਆ। ਜਿਹੜਾ ਖੇਤੀ ਧੰਦਾ ਇਹ ਇੱਕ ਪਿਛਲੇ ਕਈ ਸਾਲਾਂ ਤੋਂ ਬੜਾ ਇੱਕ ਘਾਟੇ ਵਾਲੇ ਪਾਸੇ ਜਾ ਰਿਹਾ, ਜਿਸ ਦਾ ਕਿ ਹੱਲ ਇਕੱਲਾ ਸੂਬਾ ਸਰਕਾਰ ਦੇ ਵੱਸ ਤੋਂ ਗੱਲ ਬਾਹਰ ਹੁੰਦੀ ਜਾ ਰਹੀ ਸੀ। ਤਾਂ ਉੱਥੇ ਜੇ ਸਾਨੂੰ ਕਿਤੇ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਨਾਲ ਰਲ ਕੇ ਕਿਸਾਨਾਂ ਲਈ ਕੋਈ ਕਿਸੇ ਤਰ੍ਹਾਂ ਦੀ ਮਦਦ ਕਰਦੀ ਤਾਂ ਅੱਜ ਕਿਸਾਨ ਇੱਕ ਬਹੁਤ ਵੱਡਾ ਖੁਸ਼ਹਾਲ ਬਣ ਸਕਦਾ ਸੀ। ਪਰ ਕਹਿਣ ਨੂੰ ਤਾਂ ਕਿਸਾਨ ਨੂੰ ਬੜਾ ਉੱਤਮ ਮੰਨਿਆ ਗਿਆ ਗਾਣਿਆਂ ਦੇ ਵਿੱਚ ਤੇ ਫਿਲਮਾਂ ਦੇ ਵਿੱਚ, ਪਰ ਗਰਾਊਂਡ ਲੈਵਲ ਦੇ ਵਿੱਚ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਇਸ ਕਰਕੇ ਸਾਡੇ ਅੰਦਰ ਇੱਕ ਜਨੂਨ ਵੀ ਸੀ। ਅਸੀਂ ਦੇਖਦੇ ਸੀ ਵੀ ਜੋ ਕਿਸਾਨ ਦੀ ਦੂਜੇ ਸੂਬਿਆਂ 'ਚ ਜਾਂ ਬਾਹਰਲੇ ਮੁਲਕਾਂ 'ਚ ਵੀ ਇੱਕ ਇਮੇਜ ਪਛਾਣ ਬਣੀ ਹੋਈ ਆ ਵੀ ਇੱਕ ਕਿਸਾਨ ਬਹੁਤ ਜੋਸ਼ੀਲਾ ਤੇ ਖੁਸ਼ਹਾਲ ਆ, ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ। ਉਹਨੂੰ ਦੇਖਦੇ ਹੋਏ ਅਸੀਂ ਪ੍ਰਧਾਨ ਮੰਤਰੀ ਦੇ ਗੱਲ ਇਹ ਧਿਆਨ 'ਚ ਲਿਆਂਦੀ ਵੀ ਜੋ ਪੰਜਾਬ ਦਾ ਸਾਰੇ ਦੇਸ਼ ਨੂੰ ਅਨਾਜ ਦੇ ਕੇ ਢਿੱਡ ਭਰਿਆ ਹੁਣ ਤੱਕ, ਅੱਜ ਉਹਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਆ, ਤਾਂ ਉਹਦੀ ਬਾਂਹ ਫੜਨ ਦੀ ਲੋੜ ਹੈਗੀ ਹੈ ਜੀ। ਢਿੱਲੋਂ ਸਾਹਿਬ, ਕੋਈ ਸਮਾਂ ਹੁੰਦਾ ਸੀਗਾ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ, ਤੇ ਮੈਨੂੰ ਲੱਗਦਾ ਹੈ ਕਾਲੇਕਾ ਸਾਹਿਬ ਦੁਬਾਰੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਦੌਰ ਵਾਪਸ ਲੈ ਕੇ ਆਈਏ। ਇਹ ਕਹਿ ਰਹੇ ਨੇ ਨਾ, ਕਿਸੇ ਵੇਲੇ ਨਾਰਾ ਹੁੰਦਾ ਸੀਗਾ ਕਿ ਰੱਜ ਕੇ ਵਾਹ ਤੇ ਦੱਬ ਕੇ ਵਾਹ ਰੱਜ ਕੇ ਖਾ। ਅੱਜ ਉਹ ਨਾਰਾ ਬਦਲਤਾ ਜਦੋਂ ਰਾਜ ਮੋਹਨ ਸਿੰਘ ਕਾਲੇਕਾ ਹੋਰੇ ਸਾਹਮਣੇ ਆਏ ਨੇ ਵੀ ਅਕਲ ਨਾਲ ਵਾਹ ਰੱਜ ਕੇ ਖਾ। ਇਸ ਕਰਕੇ ਇਹਨਾਂ ਨੇ ਜਿਹੜਾ ਜ਼ਹਿਰ ਵਾਲਾ ਸ਼ੁਰੂ ਕੀਤਾ ਉਹ ਲਾਮਸਾਲ ਸੀ। ਜਦੋਂ ਅਸੀਂ ਇਹਨਾਂ ਨੂੰ ਮਿਲੇ, ਇਹਨਾਂ ਨੇ ਆਪਣੇ ਖੇਤਾਂ ਦਾ ਦੌਰਾ ਕਰਾਇਆ, ਉਹਦੇ ਵਿੱਚ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਔਰ ਇਹ ਹੋਰਨਾਂ ਵਾਸਤੇ ਚਾਨਣ ਮਨਾਰਾ ਬਣੇ ਨੇ। ਇਸੇ ਕਰਕੇ ਇਹਨਾਂ ਨੂੰ 3 ਅਵਾਰਡ ਖੇਤੀਬਾੜੀ ਯੂਨੀਵਰਸਿਟੀ ਨੇ ਧਾਲੀਵਾਲ ਅਵਾਰਡ ਦਿੱਤਾ ਇਹਨਾਂ ਨੂੰ। ਸੋ ਰਾਜ ਮੋਹਨ ਜੀ ਤੋਂ ਆਪਾਂ ਇਹ ਪੁੱਛਦੇ ਹਾਂ ਕਿ ਰਾਜ ਮੋਹਨ ਜੀ, ਜਿਹੜਾ ਇਸ ਵੇਲੇ ਖੜੋਤ ਆਈ ਆ ਖੇਤੀ ਦੇ ਵਿੱਚ, ਖਾਸ ਕਰ ਅਸੀਂ ਕਣਕ ਤੇ ਝੋਨੇ ਵਿੱਚ ਉਲਝ ਕੇ ਰਹਿ ਗਏ ਹਾਂ, ਜਿਹਨੇ ਸਾਡਾ ਪਾਣੀ ਵੀ ਰਗੜਤਾ, ਜਿਹਨੇ ਮਤਲਬ ਕੱਲਾ ਲਗਾਤਾਰ ਉਹ ਮੁਲਕ ਜਿਹਦਾ, ਉਹ ਸੂਬਾ ਜਿਹਦਾ ਨਾਂ ਪਾਣੀਆਂ ਤੇ ਹੋਵੇ 5 ਆਬ, ਅੱਜ ਉੱਥੇ 73% ਜਿਹੜੀ ਸਿੰਜਾਈ ਹੈ ਉਹ ਟਿਊਬਲਾਂ ਰਾਹੀਂ ਹੁੰਦੀ ਹੋਵੇ। 14.5 ਲੱਖ ਟਿਊਬਲ ਹੋ ਗਿਆ, ਤੇ ਦੂਜੇ ਪਾਸੇ ਜਿਹੜਾ ਨਹਿਰੀ ਸਿੰਜਾਈ ਹੈ ਉਹ ਸਿਰਫ 27% ਤੇ ਸਿਮਟ ਕੇ ਰਹਿ ਗਈ ਹੈ। ਇਹਦਾ ਕੋਈ ਬਦਲ ਹੋ ਸਕਦਾ ਜੇ ਕਣਕ ਤੇ ਝੋਨੇ ਨੂੰ ਆਪਾਂ ਬਦਲ ਕੇ ਜਿਹੜਾ ਕਿਸਾਨ ਨੂੰ ਮੁਨਾਫਾ ਵੀ ਦੇਵੇ, ਉਹਦੇ ਤੇ ਘੱਟ ਜਿਹੜਾ ਹੈਗਾ ਖਰਚਾ ਹੋਵੇ। ਬਹੁਤ ਵਧੀਆ ਢਿੱਲੋਂ ਸਾਹਿਬ ਤੁਸੀਂ ਸਵਾਲ ਕੀਤਾ। ਦੇਖੋ, ਪਾਣੀ ਦਾ ਬਦਲ ਕਣਕ ਝੋਨੇ ਤੋਂ ਨਿਕਲਿਆ ਜਾ ਸਕਦਾ। ਕਣਕ ਜੇਕਰ ਦੂਜੀਆਂ ਫਸਲਾਂ ਦੀ ਦੇਖੋ, ਹਰ ਇੱਕ ਕਿੱਤੇ ਦੇ ਵਿੱਚ ਆਮਦਨ ਨੂੰ ਮੁੱਖ ਰੱਖਿਆ ਜਾਂਦਾ। ਜਿੰਨੀ ਸਾਨੂੰ ਕਣਕ ਝੋਨੇ ਦੇ ਉੱਤੇ MSP ਮਿਲਦੀ ਆ, ਉਨੀ ਆਮਦਨ ਸਾਨੂੰ ਜੇ ਦੂਜੀਆਂ ਫਸਲਾਂ ਦੇ ਉੱਤੇ ਮਿਲਦੀ ਹੋਵੇ MSP ਦੇ ਰੂਪ ਦੇ ਵਿੱਚ। ਇੱਕ ਬਜਟ ਹੁੰਦਾ ਹਰ ਇੱਕ ਫਸਲ ਦਾ, ਜੇ ਸਾਨੂੰ ਇੱਕ ਪਤਾ ਹੋਵੇ ਉਹਦੀ ਬੀਜਣ ਤੋਂ ਪਹਿਲਾਂ ਵੀ ਇਹ ਸਾਡਾ ਇੰਨੇ ਦੀ ਫਸਲ ਆ ਜਾਊਗੀ,
ਤਾਂ ਬਹੁਤ ਸੌਖਾ ਨਿਕਲਿਆ ਜਾ ਸਕਦਾ। ਦੇਖੋ ਇੱਕ ਪਾਣੀ ਇੱਕ ਸੀਮਤ ਸਾਧਨ ਆਪਣੇ ਲਵੇ, ਉਹਨੂੰ ਅਸੀਂ ਪਾਣੀ ਨੂੰ ਬਾਰ-ਬਾਰ ਝੋਨੇ ਲਾਉਣ ਲਈ ਕੱਢੀ ਜਾ ਰਹੇ ਹਾਂ, ਤੇ ਉਹ ਅੱਜ ਇਹ ਸਟੇਜ ਤੇ ਪਹੁੰਚ ਗਿਆ ਵੀ 500 ਫੁੱਟ ਤੋਂ ਵੀ ਥੱਲੇ ਅਸੀਂ ਬੋਰ ਕਰਨ ਲੱਗਿਆ ਜੀ। ਇੱਕ ਜਿਹੜਾ ਇੱਕ ਵੱਡਾ ਖਰਚਾ ਉਹ ਪਾਣੀ ਦੇ ਮਸਲੇ ਦੇ ਉੱਤੇ, ਉਹ 5 ਏਕੜ ਤੋਂ ਥੱਲੇ ਵਾਲਾ ਕਿਸਾਨ ਹੌਲੀ-ਹੌਲੀ ਖੇਤੀ ਦੇ ਵਿੱਚੋਂ ਬਾਹਰ ਹੁੰਦਾ ਜਾ ਰਿਹਾ। ਅਸੀਂ ਇਹ ਚਾਹੁੰਦੇ ਹਾਂ ਵੀ ਇਹ ਝੋਨੇ ਔਰ ਕਣਕ ਜਿੰਨੀ ਆਮਦਨ ਦੂਜੀਆਂ ਫਸਲਾਂ ਪੰਜਾਬ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਕਿਉਂਕਿ ਪੰਜਾਬ ਦੀ ਜਿਹੋ ਜਿਹੀ ਧਰਤੀ ਮਿੱਟੀ ਉਪਜਾਊ ਆ ਤੇ ਪਾਣੀ ਆ, ਤਾਂ ਉਹ ਹੋਰ ਪੰਜਾਬ ਹਰਿਆਣੇ ਤੋਂ ਇਲਾਵਾ ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੈਗੀ। ਕੁਦਰਤੀ ਇਹ ਸੋਮੇ ਹਨ, ਪਰ ਇਹਨਾਂ ਦੇ ਵਿੱਚੋਂ ਲਾਹਾ ਲਿਆ ਜਾ ਸਕਦਾ ਹੈ। ਹੁਣ ਕੀ ਹੋਇਆ, MSP ਦੀ ਹੋਣ ਕਰਕੇ ਕਣਕ ਤੇ ਝੋਨੇ 'ਚ ਉਲਝ ਕੇ ਰਹਿ ਗਏ, ਕਿਉਂਕਿ ਦੂਜੀਆਂ ਫਸਲਾਂ ਦੀ MSP ਨਾ ਹੋਣ ਕਰਕੇ ਚਾਹੇ ਉਹ ਕਾਗਜ਼ਾਂ ਦੇ ਵਿੱਚ ਐਲਾਨ ਕੀਤੇ ਜਾਂਦੇ ਨੇ, ਪਰ ਉਹਨਾਂ ਦੀ ਕੋਈ ਮੰਡੀ ਦੇ ਵਿੱਚ ਉਹ ਰੇਟ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਇਹਨੂੰ ਬਾਰ-ਬਾਰ ਅਪਣਾਇਆ ਜਾਂਦਾ। ਜੇਕਰ ਸਾਨੂੰ ਮੰਡੀਕਰਨ, ਦੂਜੀਆਂ ਫਸਲਾਂ ਦਾ ਮੰਡੀਕਰਨ ਪੂਰਾ ਮਿਲਦਾ ਹੋਵੇ, ਜੋ ਸਰਕਾਰ MSP ਰੱਖਦੀ ਆ ਉਹਦੇ ਉੱਤੇ ਵਿਕਦੀਆਂ ਹੋਣ, ਤਾਂ ਬਹੁਤ ਸੌਖਾ ਇਹਨਾਂ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ। ਕਿਉਂਕਿ ਹਰ ਇੱਕ ਕਿਸਾਨ ਤੋਂ ਇਲਾਵਾ ਕੋਈ ਵੀ ਵਪਾਰ ਦੇ ਵਿੱਚ ਕੰਮ ਕਰਦਾ, ਉਹ ਪਹਿਲਾਂ ਆਪਣੀ ਆਮਦਨ ਦੇਖਦਾ ਵੀ ਮੇਰੀ ਜੇਬ 'ਚ ਖਰਚਾ ਕੱਟ ਕੇ ਕਿੰਨੇ ਪੈਸੇ ਬਚਦੇ ਨੇ ਜੀ। ਯਾਨੀ ਕਿ ਸਬਜ਼ੀਆਂ ਦੇ ਉੱਤੇ, ਦਾਲਾਂ ਦੇ ਉੱਤੇ, ਹਰੇਕ ਚੀਜ਼ ਦੇ ਉੱਤੇ, ਫਲਾਂ ਦੇ ਉੱਤੇ ਜੇ MSP ਹੋ ਜੇ ਤਾਂ ਮੈਨੂੰ ਲੱਗਦਾ ਢਿੱਲੋਂ ਸਾਹਿਬ ਬੜਾ ਸੌਖਾ ਕੰਮ ਹੈ ਪੰਜਾਬ ਦੇ ਕਿਸਾਨ ਲਈ, ਜਿਹੜਾ ਅੱਜ ਰਿਵੋਲਟ ਕਰ ਰਿਹਾ ਹੈ। ਕਾਲੇਕਾ ਸਾਹਿਬ, ਤੁਸੀਂ ਜ਼ਹਿਰ ਰਹਿਤ ਖੇਤੀ ਹੈ ਜੀ, ਮੈਂ ਇਹਦੀ ਡੈਫੀਨੇਸ਼ਨ ਸਮਝਾਵਾਂਗੇ, ਕੀ ਵਰਤਦੇ ਹੋ ਤੁਸੀਂ? ਇਹ ਜ਼ਹਿਰ ਰਹਿਤ ਕਿੱਦਾਂ ਹੈ? ਕੀ ਆਰਗੈਨਿਕ ਖੇਤੀ ਹੈ ਜਾਂ ਉਹਦੇ ਨਾਲੋਂ ਕੁਝ ਵੱਖਰਾ ਆ? ਇਹ ਵੀ ਦੱਸ ਦਿਓ ਕਿ ਤੁਹਾਨੂੰ ਇਹ ਸੁਪਨਾ ਆਇਆ ਕਿੱਥੋਂ ਕਿ ਅਸੀਂ ਜ਼ਹਿਰ ਰਹਿਤ ਖੇਤੀ ਲਿਆਉਣੀ ਹੈ? ਹਾਂਜੀ, ਬਹੁਤ ਵਧੀਆ ਸਵਾਲ ਹੈ ਜੀ। ਇਹ ਆਰਗੈਨਿਕ ਕੁਦਰਤੀ ਖੇਤੀ ਇਹਨੂੰ ਆਪਾਂ ਨਹੀਂ ਕਹਿ ਸਕਦੇ ਜੀ, ਕਿਉਂਕਿ ਕੁਦਰਤੀ ਖੇਤੀ ਦੀ ਪਰਿਭਾਸ਼ਾ ਇਹ ਹੁੰਦੀ ਹੈ ਵੀ ਜੋ ਆਪਾਂ ਨੇ ਬੀਜ ਪਾਤਾ ਉਹੀ ਵੱਢ ਲਿਆ, ਸਿਰਫ ਕੱਲਾ ਪਾਣੀ ਦਿੱਤਾ। ਅਸੀਂ ਨਾਈਟ੍ਰੋਜਨ ਦੀ ਵਰਤੋਂ ਕਰਦੇ ਹਾਂ। ਇਹਦੇ ਵਿੱਚ ਜਿਹੜੀਆਂ ਜ਼ਹਿਰਾਂ ਦੀ ਸਪਰੇਅ ਹੁੰਦੀ ਆ, ਅਸੀਂ ਜ਼ਹਿਰ ਕੋਈ ਸਪਰੇਅ ਨਹੀਂ ਕਰਦੇ। ਕਣਕ ਝੋਨੇ ਦੀ ਯਾਰ ਕਿਚਨ ਗਾਰਡ ਤੇ ਫਰੂਟਾਂ ਦੇ ਟਰੀ ਲਾਏ ਹੋਏ ਨੇ, ਸਿਰਫ ਕੱਲਾ ਪਾਣੀ ਤੇ ਨਾਈਟ੍ਰੋਜਨ ਉਹਨਾਂ ਨੂੰ ਦਿੰਦੇ ਆ। ਉਹ ਕਿਵੇਂ ਨਿਕਲਿਆ ਜਾ ਸਕਦਾ? ਇਹ ਇੱਕ ਵਿਉਂਤਬੰਦੀ, ਦੇਖੋ ਖੇਤੀ ਦੇ ਵਿੱਚ ਦੋ ਗੱਲਾਂ ਨੂੰ ਕਿਸਾਨ ਮੁੱਖ ਰੱਖ ਕੇ ਚੱਲੇ। ਇੱਕ ਤਾਂ ਉਹਦੀ ਵਿਉਂਤਬੰਦੀ ਕਿਵੇਂ ਕਰ, ਇੱਕ ਉਹਨੂੰ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਜੀ। ਜਦ ਦੋ ਗੱਲਾਂ ਕਿਸਾਨ ਨੇ ਆਪਦੇ ਕੋਲ ਰੱਖ ਲੀਆਂ ਤਾਂ ਉਹ ਕਦੇ ਇਹ ਖੇਤੀ ਦੇ ਕਿੱਤੇ ਤੋਂ ਘਾਟਾ ਨਹੀਂ ਖਾ ਸਕਦਾ। ਹੁਣ ਤੂੜੀ ਬਣਾਉਣ ਤੋਂ ਬਾਅਦ ਜੋ ਆਪਾਂ ਝੋਨੇ ਦੀ ਤਿਆਰੀ ਕਰਦੇ ਹਾਂ, ਉਹ ਸੁੱਕੀ ਜ਼ਮੀਨ ਜਿੰਨੀ ਵਾਹੀ ਜਾਵੇ, ਜਿਵੇਂ ਮਈ ਤੇ ਜੂਨ ਦੇ ਵਿੱਚ ਲੋਆਂ ਚੱਲਦੀਆਂ ਨੇ ਜੀ, ਜੇਠ ਹਾੜ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਉਹ ਧਰਤੀ ਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਣੀਆਂ ਬੜੀਆਂ ਲਾਜ਼ਮੀ ਨੇ। ਉਹਨਾਂ ਨਾਲ ਜਿਹੜੀ ਫੰਗਸ ਆ ਖੇਤਾਂ ਦੇ ਵਿੱਚੋਂ, ਉੱਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਉਹ ਖਤਮ ਹੋ ਜਾਂਦੀ ਆ। ਉਹ ਸਾਲ ਦੇ ਵਿੱਚ, ਕਿਉਂਕਿ ਖੇਤ ਨੂੰ ਸਿਰਫ ਮਈ ਜੂਨ 2 ਮਹੀਨੇ ਹੋਣੇ ਜਿਹੜੀ ਕਿ ਧਰਤੀ ਖਾਲੀ ਮਿਲਦੀ ਆ ਕਣਕ ਤੋਂ ਬਾਅਦ ਤੇ ਝੋਨੇ ਦੇ ਗੈਪ ਤੋਂ ਲਾਉਣ ਤੋਂ ਪਹਿਲਾਂ ਜੀ, ਉੱਥੇ ਸੁੱਕੀ ਜ਼ਮੀਨ ਨੂੰ ਚੜ੍ਹਦੇ ਛਿਪਦੇ ਵਾਲੇ ਪਾਸੇ ਵਾਹ ਕੇ ਬਾਰ-ਬਾਰ ਹਫ਼ਤਾ 10 ਦਿਨ ਬਾਅਦ ਛੱਡਣੀ ਚਾਹੀਦੀ ਆ। ਉਹਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਉਸ ਤੋਂ ਉਪਰੰਤ ਝੋਨਾ ਲਾਉਣ ਤੋਂ 1 ਮਹੀਨਾ ਪਾਣੀ ਉਹਦੇ ਵਿੱਚ ਖੜਾ ਰੱਖੋ। ਮਹੀਨੇ ਬਾਅਦ ਕੋਈ ਲੋੜ ਨਹੀਂ, ਉਹਨੂੰ 72 ਅਨੁਸਾਰ ਪਾਣੀ ਤੁਸੀਂ ਦਿਓ। ਉਸ ਤੋਂ ਬਾਅਦ 20 ਦਿਨ ਬਾਅਦ ਬਿਲਕੁਲ ਧਰਤੀ ਹੈ ਜਿਹੜੀ, ਉਹ ਗਾਰਾ ਜਿਹੜਾ ਉਹਦਾ ਸੁਕਾ ਦਿਓ, ਬਿਲਕੁਲ ਸੁਕਾ ਕੇ ਪਾਣੀ ਦਿਓ। ਜਦ ਗਭੋਲਾ ਸ਼ੁਰੂ ਹੋ ਜਾਂਦਾ ਝੋਨੇ ਦਾ, ਉਦੋਂ ਉਹਨੂੰ ਪਾਣੀ ਭਰਮਾ ਦਿਓ, ਕਿਉਂਕਿ ਉਦੋਂ ਪਾਣੀ ਦੀ ਲੋੜ ਆ। ਜਦ ਖੇਤ ਦੇ ਵਿੱਚ ਚਿੱਕੜ ਪੈਦਾ ਹੀ ਨਹੀਂ ਹੋਊਗਾ ਜੀ, ਉੱਲੀ ਨਹੀਂ ਲੱਗੂਗੀ ਤੇ ਤੇਲਾ ਨਹੀਂ ਆਉਣਾ। ਇਸ ਕਰਕੇ ਆਪਾਂ ਜਿਹੜੀਆਂ ਜ਼ਹਿਰਾਂ ਪਾਉਂਦੇ ਆ, ਉਹ ਆਪਾਂ ਤੇਲੇ ਤੋਂ, ਉੱਲੀ ਤੋਂ, ਫੰਗਸ ਤੋਂ, ਗੋਭ ਦੀ ਸੁੰਡੀ ਤੋਂ ਪਾਉਂਦੇ ਆ। ਹਰ ਇੱਕ ਧਰਤੀ ਦੇ ਵਿੱਚ ਮਿੱਤਰ ਕੀੜੇ ਬਹੁਤ ਵੱਡੀ ਸੰਖਿਆ ਦੇ ਵਿੱਚ ਨੇ। ਜਦ ਆਪਾਂ ਜ਼ਮੀਨ ਨੂੰ 6 ਮਹੀਨੇ ਬਾਅਦ ਵਾਹੁੰਦੇ ਆ ਹਰ ਇੱਕ ਦੀ ਜ਼ਮੀਨ 'ਚ, ਬਟ ਜਦ ਉਹਦੇ ਵਿੱਚ ਕੋਈ ਵੀ ਆਪਾਂ ਜ਼ਹਿਰ ਦੀ ਸਪਰੇਅ ਕਰ ਦਿੰਦੇ ਆ ਤਾਂ ਉਹ ਮਿੱਤਰ ਕੀੜੇ ਆਪਣੇ ਮਰ ਜਾਂਦੇ ਨੇ, ਉਹ ਦੁਬਾਰੇ ਰਿਪੀਟ ਨਹੀਂ ਹੁੰਦੇ ਜਿੰਨਾ ਚਿਰ ਆਪਾਂ ਜ਼ਮੀਨ ਨੂੰ ਪਲਟਦੇ ਨਹੀਂ ਹੈਗੇ ਜੀ। ਤਾਂ ਫਿਰ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਪੈਣੀ ਆ ਜਦ ਆਪਾਂ ਮਿੱਤਰ ਕੀੜੇ ਮਾਰ ਲਏ। ਜਿਹੜੇ ਮਿੱਤਰ ਕੀੜੇ ਨੇ, ਉਹ ਜਿਹੜੀ ਫਸਲ ਖਾਣ ਵਾਲੇ ਕੀੜੇ ਨੇ, ਉਹਨਾਂ ਦੀ ਉਹ ਖੁਰਾਕ ਨੇ। ਮਿੱਤਰ ਕੀੜੇ ਫਸਲ ਖਾਣ ਨਾਲ ਨੁਕਸਾਨ ਜਿਹੜੇ ਪਹੁੰਚਾਉਂਦੇ ਨੇ ਕੀੜੇ, ਉਹਨਾਂ ਨੂੰ ਖਾਈ ਜਾਂਦੇ ਨੇ ਤੇ ਇਸ ਕਰਕੇ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ। ਇਸ ਕਰਕੇ ਜ਼ਹਿਰ ਦੀ ਜਿਹੜੀ ਆ ਵਰਤੋਂ ਕਰਨ ਦੀ ਬਿਲਕੁਲ ਲੋੜ ਨਹੀਂ ਪੈਂਦੀ। ਇਹਦੇ ਲਈ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ ਵੀ ਮਾਨਾ ਜਿਹੜਾ ਉਹ ਬੜਾ ਜ਼ਰੂਰੀ ਆ ਖੜਾਉਣਾ। ਇੱਕ ਡਰ ਦਾ ਮਾਰਾ ਕਿਸਾਨ ਸਪਰੇਅ ਕਰਦਾ ਵੀ ਕਿਤੇ ਮੇਰੀ ਫਸਲ ਨੂੰ ਬਿਮਾਰੀ ਨਾ ਆ ਜਾਏ, ਵੀ ਬਿਲਕੁਲ ਖਤਮ ਨਾ ਹੋ ਜਾਏ। ਉਹ ਸਮੇਂ ਤੋਂ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੰਦਾ ਜੀ, ਜਿਹਦੇ ਨਾਲ ਉਹ ਮਿੱਤਰ ਕੀੜੇ ਮਰ ਜਾਂਦੇ ਨੇ। ਉੱਥੇ ਉਹਨੂੰ ਉਡੀਕ ਕਰਨੀ ਬੜੀ ਜ਼ਰੂਰੀ ਹੈ, ਕਿਸਾਨ ਨੂੰ ਮਨ ਨੂੰ ਖੜਾਉਣਾ ਪੈਣਾ ਜੀ।
ਢਿੱਲੋਂ ਸਾਹਿਬ ਦਾ ਸਵਾਲ ਕਿ ਤੁਸੀਂ ਇਹ ਕਿੱਦਾਂ ਸੋਚਿਆ? ਹਾਂਜੀ, ਅਸੀਂ ਬਿਲਕੁਲ ਜੀ, ਅਸੀਂ ਕੁਝ ਅੱਜ ਤੋਂ 18 ਸਾਲ ਪਹਿਲਾਂ ਸਪਰੇਅ ਕਰ ਰਹੇ ਤੇ ਜਦੋਂ ਕੋਈ ਜ਼ਹਿਰ ਵਾਲੀ ਜਿਹੜੀ ਹੁੰਦੀ ਸੀ ਝੋਨੇ ਦੇ ਉੱਤੇ 4 ਕਿੱਲੇ ਕੁਦਰਤੀ ਰਹਿ ਗਏ। ਜਦੋਂ ਕਿਰਾਏ ਤੇ ਸਪਰੇਅ ਪੰਪ ਵਾਲਾ ਹੁੰਦਾ ਸੀ ਜੀ, ਉਹ ਨਹੀਂ ਮਿਲਿਆ ਹੈਗਾ ਤਾਂ ਸਾਨੂੰ ਬੜਾ ਲੱਗਿਆ ਝਟਕਾ ਵੀ ਇਹ 4 ਕਿੱਲੇ ਸਾਡੇ ਰਹਿ ਗਏ, ਵੀ ਝਾੜ ਘਟੂ। ਬਟ ਜਦ ਉਹ ਫਸਲ ਵੱਢੀ ਤਾਂ ਜਿਹੜੀ ਸਪਰੇਅ ਕੀਤੀ ਹੋਈ ਸੀ ਉਹਦੇ ਵਿੱਚ ਤਾਂ ਹਜੇ ਫੜਾ ਪੈ ਗਿਆ, ਕਹਿ ਲਓ ਵੀ ਫੜਾ, ਹਾਂਜੀ, ਠੋਸ ਪੈ ਗਈ। ਜਿਹਦੇ ਨਹੀਂ ਕਰੀ ਤੀ ਉਹਦਾ ਠੋਸ ਦਾਣਾ ਤੇ ਉਹਦੇ ਨਾਲੋਂ ਝਾੜ ਵੀ ਵੱਧ ਹੋਇਆ। ਉਹ ਕੁਦਰਤੀ ਹੀ ਇਹ ਸਬੱਬ ਬਣ ਗਿਆ ਵੀ ਉਹ 4 ਕਿੱਲੇ ਰਹਿਣ ਕਰਕੇ ਸਾਨੂੰ ਤਜਰਬਾ ਹੋਇਆ। ਅਸੀਂ ਅਗਲੀ ਵਾਰ ਡਰਦਿਆਂ ਨੇ ਫਿਰ ਉਹਦੇ ਵਿੱਚ 4 ਕਿੱਲੇ ਹੋਰ ਛੱਡੇ ਜੀ। ਫਿਰ ਉਹਦੇ ਵਿੱਚੋਂ ਹੌਲੀ ਹੌਲੀ ਕਰਦੇ ਅਸੀਂ ਆਪਦੀ ਖੇਤੀ ਨੂੰ ਪੂਰੀ 100% ਦੇ ਉੱਤੇ ਲੈ ਗਏ, ਜਿਹੜੀ ਕਿ ਔਰ ਹੁਣ ਇਸ ਟਾਈਮ ਸਾਡੇ ਏਰੀਏ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਕਿ ਬਿਲਕੁਲ ਵੀ ਜ਼ਹਿਰ ਦੀ ਵਰਤੋਂ ਫਸਲ ਦੇ ਉੱਤੇ ਆਪਦੀ ਨਹੀਂ ਕਰਦੇ। ਕਣਕ ਦੇ ਉੱਤੇ ਤਾਂ ਮੈਂ ਇਹ ਕਹਿ ਸਕਦਾ ਵੀ 99% ਲੋਕ ਆ ਜਿਹੜੇ ਉਹ ਕੋਈ ਜ਼ਹਿਰ ਦੀ ਵਰਤੋਂ ਨਹੀਂ ਕਰਦਾ ਹੈਗਾ ਜੀ। ਕਾਲੇਕਾ ਸਾਹਿਬ, ਤੁਹਾਡਾ ਇਲਾਕਾ ਕਿਹੜਾ ਹੈ ਜੀ? ਇਹ ਵੀ ਲੋਕਾਂ ਨੂੰ ਦੱਸ ਦਿਓ। ਅੱਛਾ, ਮੈਂ ਜੀ ਪਿੰਡ ਬਿਸ਼ਨਪੁਰ ਛੰਨਾ ਜੀ, ਜਿਹੜਾ ਕਿ ਨਾਭਾ ਪਟਿਆਲਾ ਰੋਡ ਦੇ ਉੱਤੇ ਵੀ ਸਥਿਤ ਆ ਜਾਂਦਾ ਤੇ ਭਵਾਨੀਗੜ੍ਹ ਤੇ ਪਟਿਆਲਾ ਰੋਡ ਦੇ ਉੱਤੇ ਵੀ ਆ। ਜ਼ਿਲ੍ਹਾ ਪਟਿਆਲਾ ਜੀ ਮੇਰਾ, ਬਲਾਕ ਪਟਿਆਲਾ, ਜ਼ਿਲ੍ਹਾ ਪਟਿਆਲਾ, ਬਲਾਕ ਪਟਿਆਲਾ। ਕਾਲੇਕਾ ਸਾਹਿਬ, ਇੱਕ ਥੋੜਾ ਜਿਹਾ ਇਹ ਦੱਸਿਓ ਵੀ ਜਿਵੇਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨੇਗੀਆਂ ਜੀ, ਇਹਦੇ ਵਿੱਚ ਜਿਵੇਂ ਹੁਣ ਅਸੀਂ ਅੱਗ ਲਾਉਂਦੇ ਆ ਜੀ, ਮਿੱਤਰ ਕੀੜੇ ਤਾਂ ਅੱਗ ਨਾਲ ਵੀ ਖਤਮ ਹੋ ਜਾਂਦੇ ਆ ਜੀ। ਇੱਕ ਕਿਸਾਨਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋੜ ਜੀ ਲੱਗੀ ਵੀ ਫਲਾਣੇ ਨੇ ਫਲਾਨੀ ਸਪਰੇਅ ਕਰਤੀ, ਆਪਣੀ ਵੀ ਕਰਦੇ। ਸਾਡੇ ਬਠਿੰਡੇ 'ਚ ਤਾਂ ਬੜਾ ਹੁੰਦਾ ਸੀ ਵੀ ਫਲਾਣੇ ਨੇ ਰੋਗਰ ਕਰਤੀ, ਆਪਣੀ ਵੀ ਲਾਇਆ ਹੀ, ਭਾਵੇਂ ਉਹਦੀ ਲੋੜ ਹੋਵੇ ਜਾਂ ਨਾ ਹੋਵੇ। ਇਹਦੇ ਤੋਂ ਕਿਵੇਂ ਰੁਕਿਆ ਜਾ ਸਕਦਾ, ਉਹਨੂੰ ਕਿਵੇਂ ਜਾਗਰੂਕ ਕੀਤਾ ਜਾ ਸਕਦਾ? ਢਿੱਲੋਂ ਸਾਹਿਬ, ਅੱਗ ਲਾਉਣ ਨਾਲ ਇਕੱਲੇ ਮਿੱਤਰ ਕੀੜੇ ਨਹੀਂ ਨਸ਼ਟ ਹੁੰਦੇ, ਆਪਣੀ ਜਿਹੜੀ ਉਪਜਾਊ ਸ਼ਕਤੀ ਧਰਤੀ ਦੀ ਆ ਉਹ ਵੀ ਖਤਮ ਹੁੰਦੀ ਆ। ਕਿਉਂਕਿ ਜਿਵੇਂ ਭੱਠੇ 'ਚ ਇੱਟ ਤਪਦੀ ਆ, ਉਹ ਸਖਤ ਹੋ ਜਾਂਦੀ ਹੈ ਮਿੱਟੀ ਅੱਗ ਲਾਉਣ ਨਾਲ। ਅੱਗ ਲਾਉਣ ਕਰਕੇ ਆਪਾਂ ਜੇ ਉਹਦੇ ਵਿੱਚੋਂ ਲੰਬਾ ਸਮਾਂ ਕਹਿੰਦੇ ਆ ਵੀ ਮੈਂ ਖੇਤ ਦੇ ਵਿੱਚੋਂ ਫਸਲ ਲਾਊਂ, ਆਪਾਂ ਬੱਚਿਆਂ ਬਾਰੇ ਵੀ ਸੋਚਦੇ ਆ ਵੀ ਬੱਚੇ ਵੀ ਅੱਗੇ ਜੇ ਖੇਤੀ ਦੇ ਵਿੱਚ ਕਰਨਗੇ ਤਾਂ ਹੀ ਕਰਨਗੇ ਜੇ ਖੇਤ ਦੀ ਮਿੱਟੀ ਉਪਜਾਊ ਹੋਊਗੀ। ਅੱਗ ਲਾਉਣ ਨਾਲ ਤੁਸੀਂ ਆਪਣੇ ਭਵਿੱਖ ਨੂੰ ਖਤਮ ਕਰ ਰਹੇ ਹੋ ਜੀ। ਅੱਗ ਰਹਿੰਦ ਖੂੰਹਦ ਨੂੰ ਜਦ ਆਪਾਂ ਖੇਤ ਦੇ ਵਿੱਚ ਵਾਹੁੰਦੇ ਆ ਜੀ, ਉਹਦੇ ਨਾਲ ਇੱਕ ਤਾਂ ਆਪਣਾ ਖਰਚਾ ਘਟ ਜਾਂਦਾ ਜੀ, ਅੱਗੇ ਨਾਈਟ੍ਰੋਜਨ ਦੀ ਲੋੜ ਫਸਲ ਨੂੰ ਘੱਟ ਪੈਂਦੀ ਆ। ਇੱਕ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਆ ਜੀ, ਉਹ ਪੂਰੀ ਬਰਕਰਾਰ ਰਹਿੰਦੀ ਆ, ਜਿਹਦੇ ਉੱਤੇ ਆਪਾਂ ਕੱਲ੍ਹ ਨੂੰ ਜਿਵੇਂ ਹੁਣ ਰੌਲਾ ਚੱਲ ਰਿਹਾ ਜੀ ਵੀ MSP ਖਤਮ ਹੋ ਜਾਣੀ ਆ ਜਾਂ ਹੋਰ ਫਸਲਾਂ ਵੱਲ ਲੈ ਕੇ ਜਾਵਾਂਗੇ, ਦਾਲਾਂ ਵੱਲ ਜਾਂ ਕਿਸੇ ਹੋਰ ਵੱਲ, ਤਾਂ ਜਿੱਥੇ ਤੁਸੀਂ ਰਹਿੰਦ ਖੂੰਹਦ ਨੂੰ ਵਾਹ ਰਹੇ ਹੋ ਖੇਤਾਂ ਦੇ ਵਿੱਚ, ਉਹਨਾਂ ਵਿੱਚੋਂ ਉਹ ਫਸਲਾਂ ਪੈਦਾ ਹੋ ਸਕਦੀਆਂ ਨੇ, ਨਾ ਕਿ ਅੱਗ ਲਾਉਣ ਵਾਲੇ ਖੇਤਾਂ 'ਚੋਂ। ਇਹ ਨਹੀਂ ਆਪਾਂ ਕਹਿ ਸਕਦੇ ਵੀ ਇੱਥੇ ਸੋਇਆਬੀਨ ਲਾ ਸਕਦੇ ਹਾਂ ਜਾਂ ਆਪਾਂ ਇੱਥੇ ਦਾਲ ਬੀਜ ਕੇ ਫਸਲ ਕੱਢ ਸਕਦੇ ਹਾਂ, ਕਿਉਂਕਿ ਉਹ ਪਥਰੀਲੀ ਹੋ ਚੁੱਕੀ ਹੈ ਧਰਤੀ ਜੀ। ਧਰਤੀ ਦਾ ਪਹਿਲੇ ਕੜਾ ਬਣ ਚੁੱਕਿਆ, ਕੱਦੂ ਕਰਕੇ ਪਾਣੀ ਦੇ ਕੇ ਥੱਲੇ ਪਹਿਲਾਂ ਹੀ ਕੜਾ, ਉਹ ਪਾਣੀ ਰਿਚਾਰਜ ਹੀ ਨਹੀਂ ਹੋ ਰਿਹਾ, ਉਲਟਾ ਉਹਦੇ ਉੱਤੇ ਆਪਾਂ ਅੱਗ ਲਾ ਦਿੰਦੇ ਹਾਂ। ਉਹ ਤਾਂ ਇੱਕ ਤਰ੍ਹਾਂ ਦੀ ਪੱਥਰ ਬਣ ਚੁੱਕਿਆ ਜੀ, ਅੱਗ ਦਾ ਵੱਡਾ ਨੁਕਸਾਨ। ਅਰਵਿੰਦਰ ਜੀ, ਇੱਕ ਤੁਸੀਂ ਦੇਖਿਆ ਹੋਣਾ ਹੈਗਾ ਕਿ ਚਲੋ ਕਣਕ ਤੇ ਝੋਨੇ ਦੇ ਵਿੱਚ ਤਾਂ 2 ਮਹੀਨਿਆਂ ਦਾ ਫਰਕ ਹੈ, ਜਾਂ ਦੂਜਾ ਜਿਹੜਾ ਹੈਗਾ ਜਦੋਂ ਝੋਨਾ ਵੱਢਿਆ ਜਾਂਦਾ, ਕਣਕ ਵਿੱਚ ਤਾਂ ਬਹੁਤ ਘੱਟ ਫਰਕ ਹੈ। ਜਿਹੜਾ ਅਪ੍ਰੈਲ ਦੇ ਵਿੱਚ ਕਣਕ ਵੱਢੀ ਗਈ, ਜੂਨ ਦੇ ਵਿੱਚ ਝੋਨਾ ਲਾਉਣਾ ਹੈ, ਉਹ ਗੈਪ ਦੇ ਵਿੱਚ ਵੀ ਕਣਕ ਦੇ ਕਰਚਿਆਂ ਨੂੰ ਅੱਗ ਲਾਈ ਜਾਂਦੇ ਨੇ। ਪਤਾ ਨਹੀਂ ਇਹਦੇ ਬਾਰੇ ਕਾਲੇਕਾ ਸਾਹਿਬ ਦਾ ਤੋਂ ਪੁੱਛਦੇ ਆ ਵੀ ਕਿਉਂ ਇਸ ਪਾਸੇ ਵੱਲ, ਕਿਉਂ, ਕੀ ਕਾਰਨ ਹੈ? ਇਹ ਜੀ ਸੌਖਾ ਕੰਮ ਪਹਿਲਾਂ ਅਪਣਾਇਆ ਗਿਆ ਤੇ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਹੈਗਾ। ਇਹ ਕਿਉਂਕਿ ਅਵੇਅਰਨੈਸ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਬੜੀ ਜ਼ਰੂਰੀ ਆ ਜਾਣਕਾਰੀ ਹੋਣੀ। ਕਿਸਾਨ ਤੱਕ ਜਿੰਨਾ ਚਿਰ ਜਾਣਕਾਰੀ ਨਹੀਂ ਪਹੁੰਚਦੀ, ਨਹੀਂ ਉਹ ਗਵਾਂਢੀ ਨੂੰ ਦੇਖ ਕੇ ਜਾਂ ਦੁਕਾਨਦਾਰ ਦੇ ਕਹਿਣ ਦੇ ਉੱਤੇ ਹੀ ਚੱਲਦਾ। ਜਦ ਉਹਨੂੰ ਦੱਸਿਆ ਜਾਂਦਾ ਉਹਦੇ ਨਫੇ ਨੁਕਸਾਨ ਜਾ ਕੇ ਕੈਂਪਾਂ ਦੇ ਰਾਹੀਂ, ਤਾਂ ਉਹ ਇਹ ਗੱਲ ਤੋਂ ਪਰਹੇਜ਼ ਕਰਦਾ। ਅੱਗੇ ਜਿਹੜੀ ਅੱਗ ਲਾਉਣ ਦਾ ਇਹ ਸੀ ਵੀ ਕਰਚੇ ਵੱਡੇ ਤੇ ਅੱਗ ਲਾ ਕੇ ਅਰੌਣੀ ਕੀਤੀ ਤੇ ਜ਼ਮੀਨ ਵਾਹ ਕੇ ਛੱਡ ਦਿੰਦਾ ਸੀ, ਜਿਹੜਾ ਕਿ ਬਿਲਕੁਲ ਗਲਤ ਇਹ ਤਰੀਕਾ ਅਪਣਾਇਆ ਗਿਆ। ਕਿਉਂਕਿ ਜ਼ਮੀਨ ਤਾਂ ਸੁੱਕੀ ਨੂੰ ਵਾਹੁਣੀ ਹੈ ਜੀ। ਜਦ ਕਿ ਜਦ ਆਪਾਂ ਕਣਕ ਦੀ ਤੂੜੀ ਵਾਲੀ ਅਪ੍ਰੈਲ ਦੀ ਤੁਸੀਂ ਗੱਲ ਕਰਦੇ ਹੋ, ਤੂੜੀ ਬਣ ਜਾਂਦੀ ਹੈ ਜੀ, ਫਿਰ ਤਾਂ ਪਿੱਛੇ ਕਰਚੇ ਨਹੀਂ ਰਹਿੰਦਾ, ਉਹਨੂੰ ਅੱਗ ਲਾਉਣ ਦੀ ਉੱਕੇ ਲੋੜ ਨਹੀਂ ਹੈਗੀ ਜੀ। ਇੱਕ ਵਾਰ ਤੁਸੀਂ ਹੈਰੋਂ ਨਾਲ ਬਾਹੋ ਤੇ ਉਹ ਸਾਰੀ ਮਿੱਟੀ ਥੱਲੇ ਕਰਚਾ ਦੱਬਿਆ ਜਾਂਦਾ। ਜਦ ਮਿੱਟੀ ਨੂੰ ਕਰਚੇ ਨੂੰ ਮਿੱਟੀ ਲੱਗ ਗਈ ਤਾਂ ਕਰਚੇ ਨੇ ਆਪਦੇ ਆਪ ਹੀ ਉੱਥੇ ਖਤਮ ਹੋ ਜਾਣਾ। ਉਲਟਾ ਉਹਦੀ ਆਪਾਂ ਨੂੰ ਖਾਦ ਦੇ ਰੂਪ ਦੇ ਵਿੱਚ ਰਹਿੰਦ ਖੂੰਹਦ ਮਿਲਦੀ ਆ, ਉਹ ਜਿਹੜੀ ਅੱਗੇ ਫਸਲ ਲਾਵਾਂਗੇ ਉਹਨੂੰ ਆਪਾਂ ਨੂੰ ਫਾਇਦਾ ਮਿਲਦਾ ਜੀ। ਕਾਲੇਕਾ ਸਾਹਿਬ, ਪਾਣੀ ਦੀ ਬੜੀ ਸਮੱਸਿਆ ਆ ਪੰਜਾਬ ਦੇ ਵਿੱਚ, ਜ਼ਮੀਨ ਦੇ ਹੇਠਲਾ ਪਾਣੀ ਨੀਚੇ ਜਾਂਦਾ ਜਾ ਰਿਹਾ। ਬਿਲਕੁਲ। ਕਿਹੋ ਜਿਹੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਆ ਜਿਨ੍ਹਾਂ ਨਾਲ ਪਾਣੀ ਦਾ ਪੱਧਰ ਉੱਚਾ ਹੋ ਸਕੇ ਜੀ? ਆਲੂ ਵਾਲੇ ਸਾਹਿਬ, ਪਾਣੀ ਦਾ ਦੇਖੋ
ਬੱਚਤ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਜ਼ੋਨਾਂ ਦੇ ਹਿਸਾਬ ਵੰਡਿਆ ਜਾਵੇ ਪੰਜਾਬ ਨੂੰ। ਜਿਵੇਂ ਮੁਕਤਸਰ ਏਰੀਏ ਦੇ ਵਿੱਚ ਸੇਮ ਦਾ ਏਰੀਆ, ਉੱਥੇ ਉਹਨੂੰ ਝੋਨੇ ਲਈ ਮੰਨਿਆ ਜਾਵੇ ਵੀ ਇੱਥੇ ਝੋਨਾ ਲਾ ਸਕਦੇ ਆ ਜੀ। ਜਿੱਥੇ 100 ਫੁੱਟ ਤੋਂ ਥੱਲੇ ਪਾਣੀ ਚਲਾ ਗਿਆ, ਜਿਵੇਂ ਆਪਣਾ ਪਟਿਆਲਾ ਜ਼ਿਲ੍ਹਾ ਜੀ, ਤਾਂ ਉੱਥੇ ਝੋਨੇ ਦੀ ਇਜਾਜ਼ਤ ਨਾ ਦਿੱਤੀ ਜਾਵੇ, ਉੱਥੇ ਬਾਂਸਪਤੀ ਨੂੰ ਕਿਹਾ ਜਾਵੇ ਵੀ ਬਾਂਸਪਤੀ ਲਾਈ ਜਾਵੇ। ਬਟ ਉਹਨੇ ਪੈਸੇ ਬਾਂਸਪਤੀ ਵਿੱਚੋਂ ਇੱਕ ਗਰੰਟੀ ਹੋਵੇ, ਉਹੀ MSP ਦੀ ਗੱਲ ਆ ਜਾਂਦੀ ਆ ਵੀ ਉਹਦੇ ਉੱਤੇ ਦਿੱਤੀ ਜਾਵੇ ਵੀ ਤੁਹਾਨੂੰ MSP ਬਾਂਸਪਤੀ ਦੇ ਉੱਤੇ ਨਹੀਂ ਮਿਲੂ। ਕਿਉਂਕਿ ਜਾ ਕੇ 15 ਜੁਲਾਈ ਤੋਂ ਬਾਅਦ ਮੌਨਸੂਨ ਆ ਜਾਂਦੀ ਆ, ਮੌਨਸੂਨ ਆਉਣ ਕਰਕੇ ਪਾਣੀ ਥੱਲੋਂ ਘੱਟ ਨਿਕਲਦਾ, ਤਾਂ ਖੇਤ ਮੀਂਹ ਨਾਲ ਹੀ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਦਾ ਲੈਵਲ ਥੱਲੇ ਨਹੀਂ ਜਾ ਸਕਦਾ। ਜੇ ਆਪਾਂ MSP ਝੋਨੇ ਦੇ ਔਰ ਕਣਕ ਦੇ ਚੱਕਰ ਦੇ ਵਿੱਚ ਰਹਿਣਾ ਚਾਹੁੰਦੇ ਤਾਂ ਸਿਰਫ ਪੰਜਾਬ ਨੂੰ 4 ਜ਼ੋਨਾਂ ਦੇ ਵਿੱਚ ਵੰਡ ਕੇ, ਜਿੱਥੇ ਪਾਣੀ 100 ਫੁੱਟ ਤੋਂ ਉੱਤੇ ਆ ਉੱਥੇ ਪਰਮਲ ਝੋਨਾ, ਜਿੱਥੇ 100 ਫੁੱਟ ਤੋਂ ਥੱਲੇ ਆ ਉੱਥੇ ਬਾਂਸਪਤੀ ਦੀ ਕਾਸ਼ਤ ਕਰਨ ਲਈ ਕਿਹਾ ਜਾਵੇ। ਨਾਲ ਜੁੜਦੀ ਗੱਲ ਢਿੱਲੋਂ ਸਾਹਿਬ ਦਾ ਸਵਾਲ ਸੀ ਸਿੱਧੀ ਬਿਜਾਈ ਦਾ। ਸ਼ੁਰੂਆਤ ਦੇ ਵਿੱਚ ਸਿੱਧੀ ਬਿਜਾਈ ਪਾਣੀ ਘੱਟ ਲੈਂਦੀ ਆ, ਬਿਲਕੁਲ ਠੀਕ ਆ, ਪਰ ਉਹ ਵੀ ਹੁਣ ਪਿਛਲੇ 2 ਸਾਲਾਂ ਦੇ ਵਿੱਚ, ਮੈਂ ਵੀ ਪਿਛਲੇ ਸਾਲ 6 ਏਕੜ ਸਿੱਧੀ ਝੋਨੇ ਦੀ ਬਿਜਾਈ ਕੀਤੀ। ਉੱਥੇ ਇਹ ਆ ਵੀ ਉਹਦਾ ਜਦ ਕੱਦੂ ਨਾ ਹੋਣ ਕਰਕੇ ਆਪਾਂ ਸਿੱਧੀ ਬਿਜਾਈ ਕੀਤੀ, ਜਦੋਂ ਮਹੀਨੇ ਬਾਅਦ ਉਹਨੂੰ ਵੀ ਪਾਣੀ ਦੀ ਜਣੀ ਲੋੜ ਆ। ਉਹ ਇੱਕ ਟਿਊਬਵੈਲ ਜਿੰਨਾ ਕੱਦੂ ਵਾਲੀ ਜ਼ਮੀਨ ਨੂੰ 8 ਏਕੜ ਤੱਕ ਆਪਾਂ ਮੰਨਦੇ ਹਾਂ ਵੀ ਇੱਕ ਮੋਟਰ ਟਿਊਬਵੈਲ 8 ਏਕੜ ਤੱਕ ਕੱਦੂ ਵਾਲੀ ਖੇਤ ਨੂੰ ਸਾਰ ਦਿੰਦਾ। ਉੱਥੇ ਸਾਨੂੰ ਇਹ ਦੇਖਣ ਦੇ ਵਿੱਚ ਆਇਆ ਢਿੱਲੋਂ ਸਾਹਿਬ ਵੀ ਉਹ ਸਿੱਧੀ ਬਿਜਾਈ ਵਾਲਾ 4 ਏਕੜ ਨੂੰ ਇੱਕ ਟਿਊਬਵੈਲ ਸਾਰਦਾ, ਕਿਉਂਕਿ ਉਹ ਭਰਨ ਨੂੰ ਟਾਈਮ ਵੱਧ ਲੈਂਦੀ ਹੈ ਜੀ। ਉਹ ਲੇਬਰ ਦੀ ਬੱਚਤ ਹੈਗੀ ਆ, ਮੰਨਦੇ ਆ, ਪਾਣੀ ਦੀ ਕੁਛ ਹੱਦ ਤੱਕ ਬੱਚਤ ਸਿੱਧੀ ਬਿਜਾਈ ਦੇ ਵਿੱਚ ਹੈਗੀ ਆ। ਉਹਦਾ ਪਲੱਸ ਪੁਆਇੰਟ ਇਹ ਫਾਇਦਾ ਵੀ ਉਹ ਸਾਰਾ ਪਾਣੀ ਜਿਹੜਾ ਰੀਚਾਰਜ ਹੋ ਰਿਹਾ, ਜੋ ਬਾਰਿਸ਼ਾਂ ਦਾ ਉਹ ਵੀ ਰੀਚਾਰਜ ਹੁੰਦਾ, ਉਹਦੇ ਵਿੱਚ ਫਾਇਦਾ ਸਿੱਧੀ ਬਿਜਾਈ ਦੇ ਵਿੱਚ। ਕਿ ਲੋਕ ਮੁੜ ਰਵਾਇਤੀ ਖੇਤੀ ਆਰਗੈਨਿਕ ਪ੍ਰੋਡਕਟਸ ਵੱਲ ਤੁਰੇ ਆ ਜੀ। ਤੁਸੀਂ ਸੱਚ ਦੱਸਿਓ ਕਿ ਤੁਸੀਂ ਜ਼ਹਿਰ ਰਹਿਤ ਖੇਤੀ ਕਰ ਰਹੇ ਹੋ, ਕਣਕ ਝੋਨਾ ਤੁਸੀਂ ਕਿਹਾ ਵੀ ਕਈ ਕਿਸਾਨ ਤੁਹਾਡੇ ਇਲਾਕੇ 'ਚ ਹੁਣ ਨਹੀਂ ਪਾਉਂਦੇ ਸਪਰੇਆਂ, ਹਾਂਜੀ, ਕੀ ਉਹਦਾ ਕੋਈ ਮੁੱਲ ਮਿਲ ਰਿਹਾ ਤੁਹਾਨੂੰ, ਫਾਇਦਾ ਉਹਦਾ ਹੋ ਰਿਹਾ ਹੈ ਕੋਈ? ਆਲੂ ਵਾਲੇ ਸਾਹਿਬ ਨਾ, ਬਿਲਕੁਲ ਨਹੀਂ ਜੀ। ਦੇਖੋ ਅਸੀਂ ਸਰਕਾਰੀ ਰੇਟ ਦੇ ਉੱਤੇ, ਮੰਡੀ ਦੇ ਵਿੱਚ ਹੀ ਸਰਕਾਰੀ ਰੇਟ ਦੇ ਉੱਤੇ ਝੋਨਾ ਵੇਚ ਰਹੇ ਹਾਂ ਤੇ ਕਣਕ ਵੇਚਦੇ। ਝੋਨੇ ਦੀ ਇਹ ਗੱਲ ਆ, ਅਸੀਂ ਉਹ ਕਮਰਸ਼ੀਅਲ ਤੌਰ ਦੇ ਉੱਤੇ ਉਹਨੂੰ ਨਹੀਂ ਲੈ ਕੇ, ਅਸੀਂ ਆਪਦਾ ਖੇਤੀ 'ਚੋਂ ਖਰਚਾ ਘਟਾਇਆ। ਜ਼ਹਿਰਾਂ ਨਾ ਛਿੜਕਣ ਨਾਲ ਸਾਨੂੰ ਕੋਈ ਝਾੜ 'ਚ ਫਰਕ ਨਹੀਂ ਪਿਆ, ਉਲਟਾ ਸਾਡੀ ਜੇਬ 'ਚ ਉਹਦੀ ਆਮਦਨ ਵਧੀ ਆ। ਤੇ ਇਸ ਕਰਕੇ ਪਰਮਲ ਝੋਨੇ ਦੀ ਪੰਜਾਬ 'ਚ ਕੋਈ ਡਿਮਾਂਡ ਨਹੀਂ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸਾਰੇ ਬਾਂਸਪਤੀ ਦੇ ਚਾਵਲ ਜਿਹੜਾ ਉਹ ਘਰਾਂ ਦੇ ਵਿੱਚ ਖਾਂਦੇ ਨੇ। ਤੇ ਜਿਹੜੀ ਕਣਕ ਆ, ਉਹ ਕਣਕ ਦੇ ਉੱਤੇ ਤਾਂ ਕੋਈ ਸਪਰੇਅ ਕਰੇ ਨਹੀਂ ਰਿਹਾ ਜੀ ਜ਼ਹਿਰ ਵਾਲੀ, ਤੇ ਇਸ ਕਰਕੇ ਹਰ ਇੱਕ ਆਪਦੇ ਜੋਗੀ ਰੱਖਦਾ, ਤੇ ਬਾਕੀ ਸਾਰਾ ਅਸੀਂ ਸਰਕਾਰੀ ਰੇਟ ਦੇ ਉੱਤੇ ਹੀ ਮੰਡੀ ਦੇ ਵਿੱਚ ਵੇਚਦੇ ਆ। ਪਰ ਜੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗੇ, ਪ੍ਰਚਾਰਿਆ ਜਾਵੇ ਢਿੱਲੋਂ ਸਾਹਿਬ ਮੇਰੇ ਖਿਆਲ ਕਿ ਭਾਈ ਇੱਥੇ ਜ਼ਹਿਰ ਰਹਿਤ ਖੇਤੀ ਹੋ ਰਹੀ ਹੈ, ਇੱਥੇ ਨਹੀਂ ਸਪਰੇਆਂ ਕੀਤੀਆਂ ਜਾਂਦੀਆਂ ਇਸ ਕਣਕ ਤੇ, ਤਾਂ ਸ਼ਾਇਦ ਉਹਦਾ ਮੁੱਲ ਵੱਧ ਵੀ ਬਿਲਕੁਲ। ਆਲੂ ਵਾਲੇ ਸਾਹਿਬ ਖਰਚਾ ਘੱਟ ਤੇ ਆਮਦਨ ਜ਼ਿਆਦੇ, ਉਹੀ ਅਵੇਅਰਨੈਸ ਹੋਣੀ ਬੜੀ ਜ਼ਰੂਰੀ ਆ। ਬਟ ਗੱਲ ਕੀ ਹੈ ਨਾ, ਹੁਣ ਜਿਵੇਂ ਕਹਿ ਦਿੰਦੇ ਨੇ MP ਤੋਂ ਕਣਕ ਲਿਆ ਕੇ ਖਾਂਦੇ ਹਾਂ ਅਸੀਂ, ਆਮ ਇੱਥੇ ਪ੍ਰਚਲਿਤ ਵੀ MP ਜਿਹਾ, ਆਪਣੇ ਵੀ ਬਿਨਾਂ ਜ਼ਹਿਰਾਂ ਤੋਂ ਹੀ ਹੋ ਰਹੀ ਹੈ ਜੀ। ਜੀ ਉਹਦੀ ਤਾਂ ਕੋਈ ਗਾਰੰਟੀ ਨਹੀਂ ਹੈਗੀ, ਭੇਡ ਚਾਲ ਹੋ ਗਈ, ਭੇਡ ਚਾਲ ਹੋ ਗਈ ਜੀ। ਅੱਛਾ ਕਾਕਾ ਸਾਹਿਬ, ਇੱਕ ਥੋੜਾ ਜਿਹਾ ਦੱਸੋ ਵੀ ਪੰਜਾਬ ਦਾ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕਿਵੇਂ ਨਿਕਲ ਸਕਦਾ? ਕੀ ਦਾਲਾਂ ਦੀ ਸਾਡੀ ਕਿੰਨੀ ਕੁ ਖਪਤ ਹੈਗੀ ਆ ਪੰਜਾਬ ਦੀ, ਵੀ ਜੇ ਉਧਰ ਜਾਇਆ ਜਾਵੇ? ਮੰਡੀਕਰਨ ਦੀ ਸਮੱਸਿਆ ਤਾਂ ਹੈਗੀ ਹੈ, ਇਹ ਦੇਖਿਓ ਵੀ ਢਿੱਲੋਂ ਸਾਹਿਬ। ਦੇਖੋ ਅੱਜ ਆਪਾਂ ਮੰਡੀ ਦੇ ਵਿੱਚ ਦਾਲਾਂ ਜੇ ਲੈਣ ਜਾਂਦੇ ਮਾਰਕੀਟ ਦੇ ਵਿੱਚ, ਤਾਂ 150 ਰੁਪਏ ਤੋਂ ਘੱਟ ਕੋਈ ਦਾਲ ਨਹੀਂ ਹੈਗੀ ਜੀ। ਬਹੁਤ ਵਧੀਆ ਫਸਲ ਆ, ਦਾਲਾਂ ਹੋ ਵੀ ਜਾਂਦੀਆਂ ਨੇ, ਪਰ ਜਦ ਆਪਣੀ ਫਸਲ ਮੰਡੀ ਕਰਨੀ ਨਾ, ਉੱਥੇ ਆ ਕੇ ਰੁਲ ਜਾਂਦੀ ਆ। ਹੁਣ ਜਿਵੇਂ ਆਲੂ ਨੇ ਜੀ, ਆਲੂਆਂ ਦਾ ਕੋਈ MSP ਨਾ ਹੋਣ ਕਰਕੇ ਆਲੂ ਆਪਣੇ ਵੱਡੇ ਪੱਧਰ ਉੱਤੇ ਲੱਗਦੇ ਨੇ, ਪਰ ਉਹ ਕਈ ਵਾਰ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਵੀ ਉਹ ਕੋਲਡ ਸਟੋਰ 'ਚੋਂ ਵੀ ਕਢਾਉਣ ਨਹੀਂ ਜਾਂਦਾ, ਜਾਂ ਉਹ ਕੱਢ ਕੇ, ਹਾਂਜੀ, ਕਿਰਾਇਆ ਵੱਧ ਜਾਂਦਾ, ਜਾਂ ਕਈ ਵਾਰ ਸੜਕਾਂ ਦੇ ਉੱਤੇ ਢੇਰੀ ਲਾ ਦਿੰਦੇ ਨੇ, ਆਪਾਂ ਦੇਖਿਆ ਗੁਰਦੁਆਰਿਆਂ 'ਚ ਲਿਖ ਕੇ ਲਾ ਦਿੰਦੇ ਇੱਥੇ ਆਲੂ ਦਾਨ ਕਰਨੇ ਮਨਾ ਹਨ। ਬਸ ਫਿਰ ਉੱਥੇ ਪ੍ਰੋਬਲਮ ਉਹੀ ਆ ਜਾਂਦੀ ਆ ਮਾਰਕੀਟਿੰਗ ਦੀ। ਜਿਵੇਂ ਹੁਣ ਮੰਡੀਆਂ ਝੋਨੇ ਤੇ ਕਣਕ ਲਈ ਸਥਾਪਿਤ ਨੇ ਪੰਜਾਬ ਦੇ ਵਿੱਚ, ਬੜਾ ਵਧੀਆ ਇੱਕ ਸਿਸਟਮ ਚੱਲ ਰਿਹਾ, ਪਰ ਜੇ ਹੁਣ ਇਹਦੇ ਨਾਲ ਆਪਣਾ ਨੁਕਸਾਨ ਵੀ ਹੋ ਰਿਹਾ। ਦੇਖੋ ਪਾਣੀ ਆਪਣਾ ਦਿਨ ਪ੍ਰਤੀ ਦਿਨ ਥੱਲੇ ਜਾ ਰਿਹਾ, ਜਿਹੜਾ ਕਿ ਇੱਕ ਬੜਾ ਖਤਰੇ ਦੀ ਘੰਟੀ ਹੈ ਜੀ।
ਉਹਨੂੰ ਬਚਾਉਣ ਲਈ ਸਾਨੂੰ ਸਰਕਾਰ ਨੂੰ ਹੰਬਲਾ ਮਾਰਨਾ ਚਾਹੀਦਾ, ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਦੂਜੀਆਂ ਫਸਲਾਂ ਦੇ ਉੱਤੇ ਸਾਨੂੰ MSP ਦਿੱਤਾ ਜਾਵੇ, ਜਿਹੜਾ ਕਿ ਅਸੀਂ ਝੋਨੇ ਦੇ ਬਰਾਬਰ ਖੇਤ ਵਿੱਚੋਂ ਕਮਾਈ ਕਰ ਸਕੀਏ। ਕਾਲੇਕਾ ਸਾਹਿਬ, ਇਹਦੇ ਵਿੱਚ ਜੀ ਰਾਜ ਸਰਕਾਰ ਹੈ, ਅਸੀਂ ਕੇਂਦਰ ਵੱਲ ਝਾਕੀ ਜਾਂਦੇ ਹਾਂ ਜੀ। ਦਾਲਾਂ ਦੀ ਫਸਲ ਨੂੰ ਰਾਜ ਸਰਕਾਰ ਉਤਸ਼ਾਹਿਤ ਕਰ ਸਕਦੀ ਹੈ ਵੀ ਅਸੀਂ ਖਰੀਦਾਂਗੇ, ਅਸੀਂ ਵੇਚ ਦਿਆਂਗੇ ਆਪਦੀ ਬਾਅਦ ਦੇ ਵਿੱਚ। ਘੱਟੋ ਘੱਟ ਪੰਜਾਬ ਦੀ ਖਪਤੀ ਵੇਖ ਲਈ ਜਾਵੇ, ਉਨੀ ਖਰੀਦ ਲਈ ਜਾਵੇ, ਉਹਦੇ ਨਾਲ ਜਿੱਥੇ ਕਿਸਾਨ ਨੂੰ ਫਾਇਦਾ ਹੋਵੇਗਾ ਤੇ ਲੋਕਾਂ ਨੂੰ ਜਿਹੜੀ ਹੈਗੀ ਉਹ ਸਸਤੀ। ਢਿੱਲੋਂ ਸਾਹਿਬ, ਬਿਲਕੁਲ ਰਾਜ ਸਰਕਾਰ ਦਾ ਜਿਹੜਾ ਆਪਾਂ ਦੇਖ ਰਹੇ ਹਾਂ ਵਿੱਤੀ ਸੰਕਟ ਬਹੁਤ ਵੱਡਾ ਹੋਇਆ ਪਿਆ, ਉਹ ਇਹਦੇ ਸਮਰਥ ਨਹੀਂ ਹੈਗੀ। ਜੇ ਹੁਣ ਦਾਲਾਂ ਕਿਸਾਨ ਨੂੰ ਵੱਡੇ ਪੱਧਰ ਤੇ ਲੱਗ ਜਾਣਗੀਆਂ, ਪੰਜਾਬ ਦੀ ਜਿੰਨੀ ਖਪਤ ਹੋਗੀ ਉਹ ਤੋਂ ਜਿਹੜੀਆਂ ਵੱਧ ਹੋਣਗੀਆਂ, ਉਹ ਦੂਜਾ ਕੋਈ ਸੂਬਾ ਉਹ ਰੇਟ ਦੇ ਉੱਤੇ ਲੈਣ ਨੂੰ ਤਿਆਰ ਨਹੀਂ, ਨਾ ਉਹ ਰੇਟ ਆਪਾਂ ਨੂੰ ਇਹ ਦੇ ਸਕਦੀਆਂ ਨੇ। ਜੇ ਇਹ ਜਿੰਨੀ ਪੰਜਾਬ ਦੀ ਖਪਤ ਹੈ ਜੀ ਹਾਂ, ਵੀ ਪੰਜਾਬ ਦੀ ਖਪਤ ਜਿੰਨਾ ਕੈਲਕੂਲੇਟ ਕਰ ਲਿਆ ਜਾਵੇ, ਜਿਹੜੇ ਏਰੀਏ 'ਚ ਜ਼ਿਆਦਾ ਹੁੰਦੀ ਹੈ ਉੱਥੇ ਉਤਸ਼ਾਹਿਤ ਕੀਤੀ ਜਾਵੇ। ਅਲੂਵਾਲੀਆ ਸਾਹਿਬ, ਮੇਰਾ ਖਿਆਲ ਹੈ ਕਿ ਸਾਨੂੰ ਬਾਹਰਲੇ ਰਾਜਾਂ ਦੀਆਂ ਦਾਲਾਂ ਇੱਥੇ ਨਹੀਂ ਖਰੀਦਣੀਆਂ ਪੈਣਗੀਆਂ, ਕਿਸਾਨ ਨੂੰ 2 ਰੁਪਏ ਵੀ ਵੱਧ ਮਿਲਣਗੇ ਤੇ ਇਹ ਕਾਫੀ। ਢਿੱਲੋਂ ਸਾਹਿਬ, ਜਿਹੜੀ ਪ੍ਰੋਸੈਸਿੰਗ ਵਾਲੀ ਗੱਲ ਹੈ ਨਾ, ਜਿਹੜੀ ਕਾਲੇਕਾ ਸਾਹਿਬ ਨੇ ਕਹੀ ਹੈ ਕਿ ਜੇ ਅਸੀਂ ਜ਼ੋਨ ਵਾਈਜ਼ ਵੰਡ ਦਈਏ ਕਿ ਭਾਈ ਇੰਨੇ ਏਰੀਏ 'ਚ ਦਾਲਾਂ ਹੋਣਗੀਆਂ, ਇੰਨੇ 'ਚ ਜੀਰੀ ਹੋਊਗੀ, ਇੰਨੇ 'ਚ ਬਾਸਮਤੀ, ਇੰਨੇ 'ਚ ਸਬਜ਼ੀਆਂ ਨੇ, ਫਿਰ ਅਸੀਂ ਉਹ ਚੀਜ਼ ਕਰ ਸਕਦੇ ਹਾਂ। ਤੇ ਜਿਸ ਤਰ੍ਹਾਂ ਕਾਲੇਕਾ ਸਾਹਿਬ ਤੁਸੀਂ ਮਾਰਕੀਟਿੰਗ ਦੀ ਗੱਲ ਕੀਤੀ ਹੈ, ਛੋਟਾ ਕਿਸਾਨ ਤਾਂ ਸ਼ਾਇਦ ਮਾਰਕੀਟਿੰਗ ਆਪ ਨਹੀਂ ਕਰ ਸਕਦਾ ਜੋ ਅੱਜ ਦੇ ਹਾਲਾਤ ਨੇ, ਉਹਦੇ ਲਈ ਹੱਲ ਕੀ ਹੈ, ਸੋਲੂਸ਼ਨ ਕੀ ਹੈ? ਅੱਜ ਪੰਜਾਬ ਦਾ ਕਿਸਾਨ ਅਸੀਂ ਮੰਨ ਲੈਂਦੇ ਹਾਂ ਕਿ ਸਬਜ਼ੀਆਂ ਬੀਜਣ ਲੱਗ ਗਿਆ, ਦਾਲਾਂ ਬੀਜਣ ਲੱਗ ਗਿਆ, ਤੁਹਾਡੇ ਸੁਝਾਅ ਮੰਨਣ ਲੱਗ ਗਿਆ, ਖਰਚੇ ਉਹਨੇ ਘਟਾ ਲਏ ਆ, ਪਰ ਮਾਰਕੀਟਿੰਗ ਦਾ ਹੱਲ ਕੀ ਹੈ? ਅਲੂਵਾਲੀਆ ਸਾਹਿਬ, ਛੋਟੇ ਕਿਸਾਨ ਨੂੰ ਤਾਂ ਇਹ ਹੈ ਜੀ, ਅੱਜ ਇਕੱਠੇ ਹੋਣ ਦੀ ਲੋੜ ਆ, ਇਕੱਠੇ ਹੋ ਕੇ ਇੱਕ ਗਰੁੱਪ ਬਣਾਉਣਾ ਚਾਹੀਦਾ। ਗਰੁੱਪ ਦੇ ਵਿੱਚ ਫਿਰ ਉਹ ਆਪਦੀਆਂ ਦਾਲਾਂ ਫਸਲਾਂ ਜੋ ਵੀ ਉਹਦੇ ਵਿੱਚ ਬਿਜਾਈ ਕਰਦੇ ਨੇ, ਉਹਨੂੰ ਗਾਹਕ ਤੱਕ ਪਹੁੰਚਾਉਣਾ ਚਾਹੀਦਾ, ਖੇਤ ਤੋਂ ਗਾਹਕ ਤੱਕ। ਛੋਟਾ ਕਿਸਾਨ ਅੱਜ ਤਾਂ ਖੇਤੀ ਦੇ ਵਿੱਚ ਸਟੈਂਡ ਕਰ ਸਕਦਾ, ਬੱਚਤ ਕਰ ਸਕਦਾ, ਜੇ ਉਹ ਇਕੱਠਾ ਹੋ ਕੇ ਇੱਕ ਗਰੁੱਪ ਦੇ ਰੂਪ ਦੇ ਵਿੱਚ ਪੈਦਾ ਕਰਕੇ ਸਿੱਧਾ ਖਪਤਕਾਰ ਦੇ ਘਰ ਤੱਕ ਉਹਨੂੰ ਪਹੁੰਚਾਵੇ ਜੀ। ਢਿੱਲੋਂ ਸਾਹਿਬ, ਮੈਨੂੰ ਲੱਗਦਾ ਹੈ ਕਿ ਖੇਤ ਤੋਂ ਗ੍ਰਾਹਕ ਤੱਕ, ਯਾਨੀ ਕਿ ਇਹ ਸਹਿਕਾਰੀ ਸਭਾਵਾਂ ਦੀ ਭੂਮਿਕਾ ਕਾਲੇਕਾ ਸਾਹਿਬ, ਮੇਰਾ ਖਿਆਲ ਉਹ ਵੀ ਆਪਦੇ ਗਰੁੱਪ ਵੀ ਬਣਾਏ ਜਾ ਸਕਦੇ ਨੇ। ਢਿੱਲੋਂ ਸਾਹਿਬ, ਸਹਿਕਾਰੀ ਸਭਾਵਾਂ ਕਈ ਵਾਰ ਉਹਦੇ ਵਿੱਚੋਂ ਆਪਦੇ ਨਾਲ ਦੇ ਮੈਂਬਰ ਨਹੀਂ ਮੈਚ ਕਰਦੇ ਹੈਗੇ, ਆਪਦੇ ਗਰੁੱਪ ਬਣਾ ਕੇ ਬੜਾ ਵਧੀਆ ਖੇਤ ਤੋਂ ਗਾਹਕ ਤੱਕ ਆਪਾਂ ਨੂੰ ਲੈ ਕੇ ਜਾ ਸਕਦੇ। ਯਾਨੀ ਕਿ ਜਿਹੜੇ ਅਸੀਂ ਗਰੁੱਪਸ ਬਣਾਈਏ ਕਿ ਭਾਈ ਆ 5 ਏਕੜ ਵਾਲਾ, ਇਹ 10 ਏਕੜ ਵਾਲਾ, ਉਹ ਇਕੱਠੇ ਕਰਕੇ ਜਦੋਂ 1000 ਏਕੜ ਦਾ ਅਸੀਂ ਗੱਲ ਕਰਾਂਗੇ, ਭਾਈ 1000 ਏਕੜ ਦੀ ਫਸਲ ਫਲਾਣੀ ਕੰਪਨੀ ਨੂੰ ਅਸੀਂ ਵੇਚਾਂਗੇ ਤਾਂ ਉਹਦਾ ਮੰਡੀਕਰਨ ਵੀ ਹੋ ਗਿਆ ਜੀ, ਉਹਦਾ MSP ਵੀ ਅਕੋਰਡਿੰਗ ਟੂ ਕਿਸਾਨ, ਜੋ ਕਿਸਾਨ ਚਾਹੁੰਦੇ ਨੇ ਉਸ ਰੇਟ ਤੇ ਵੇਚਣ ਉਹ ਜੀ ਨਾ, ਉਹ ਇੱਕ ਸਟੇਟ ਨੂੰ ਵੇਚਣ, ਦੋਵਾਂ ਨੂੰ ਵੇਚਣ, ਉਹ ਵੱਖਰੀ ਗੱਲ ਆ। ਪਰ ਇਹਦੇ ਲਈ ਕਿਸਾਨ ਬੜਾ ਜਾਗਰੂਕ ਹੋਣਾ, ਬੜਾ ਲਿਟਰੇਟ ਹੋਣਾ, ਜਾਂ ਜਿਹੜੇ ਮੋਢੀ ਬੰਦੇ ਹੋਣ ਉਹ ਬੜੇ ਸਿਆਣੇ ਹੋਣ ਕਿ ਭਾਈ ਤੁਹਾਡੀ ਮਾਰਕੀਟਿੰਗ ਇਦਾਂ ਹੋਊਗੀ। ਹੁਣ ਲਾਸਟ ਗੱਲ ਤੁਹਾਡੇ ਨਾਲ ਕਰਾਂਗੇ ਜੀ, ਵੀ ਜਿਹੜੇ ਖੇਤੀ ਕਾਨੂੰਨ 3 ਕੇਂਦਰ ਸਰਕਾਰ ਲੈ ਕੇ ਆਈ ਹੈ, ਇਹ ਕਿਸਾਨਾਂ ਦੇ ਕਿੰਨੇ ਹੱਕ ਚ ਨੇ ਤੇ ਕਿੰਨੇ ਕੁ? ਢਿੱਲੋਂ ਸਾਹਿਬ, ਜਿਹੜੇ 3 ਖੇਤੀ ਕਾਨੂੰਨ ਨੇ, ਉਹੀ ਜੋ ਸ਼ੁਰੂਆਤ ਦੇ ਵਿੱਚ ਆਲੂਵਾਲੇ ਸਾਹਿਬ ਨੇ ਕੀਤਾ ਸੀ ਸਵਾਲ ਜੀ, ਵੀ ਬਹੁਤ ਇਹ ਘਾਤਕ ਨੇ, ਮਾੜੇ ਨੇ। ਪੰਜਾਬ ਤੇ ਹਰਿਆਣੇ ਤੇ ਕੁਝ ਯੂਪੀ ਜਿੱਥੇ MSP ਮਿਲ ਰਹੀ ਆ, ਦੂਜੇ ਸੂਬਿਆਂ ਦਾ ਪੰਜਾਬ ਨਾਲੋਂ ਇੱਕ ਵੱਖਰਾ ਮੰਡੀਕਰਨ ਦਾ ਸਿਸਟਮ ਹੈਗਾ। ਅੱਜ ਆਪਣੇ ਲਵੇ ਸਾਰਾ ਕੁਝ ਸਥਾਪਿਤ ਆ, ਉਹਨੂੰ ਤੋੜਨਾ ਕੋਈ ਸਿਆਣਪ ਨਹੀਂ ਹੋਊਗੀ। ਉੱਥੇ ਕਿਸਾਨ ਉਹ ਉੱਥੇ ਤੱਕ ਨਹੀਂ ਪਹੁੰਚਿਆ ਵੀ ਉਹ ਜਾ ਕੇ ਆਪ ਦੂਜੇ ਸਟੇਟਾਂ 'ਚ ਜਾ ਕੇ ਮੰਡੀਕਰਨ ਕਰ ਸਕਦਾ ਹੋਵੇ। ਤੇ ਪੰਜਾਬ ਤੇ ਹਰਿਆਣੇ ਲਈ ਇਹ ਜਿਹੜੇ 3 ਕਾਨੂੰਨ ਨੇ ਬਹੁਤ ਘਾਤਕ ਨੇ ਤੇ ਇਹ ਮੁੱਢੋਂ ਹੀ ਰੱਦ ਹੋਣੇ ਚਾਹੀਦੇ ਨੇ, ਜਦ ਕਿ ਸੂਬੇ ਸਰਕਾਰ ਦੀ ਮਰਜ਼ੀ ਹੋਣੀ ਚਾਹੀਦੀ ਹੈ ਵੀ ਇਹ ਕਾਨੂੰਨ ਸੈਂਟਰ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ, ਵੀ ਸੂਬਿਆਂ ਨੂੰ ਅਧਿਕਾਰ ਦੇਣੇ ਚਾਹੀਦੇ ਨੇ ਵੀ ਤੁਹਾਡੀ ਮਰਜ਼ੀ ਹੈ ਕਾਨੂੰਨ ਨੂੰ ਲਾਗੂ ਕਰਨਾ ਤੇ ਨਾ ਲਾਗੂ ਕਰਨਾ। ਕਿਸਾਨ ਜਥੇਬੰਦੀਆਂ ਕੋਈ ਕਿਸਾਨ ਨੂੰ ਉੱਪਰ ਚੁੱਕਣ ਲਈ ਭੂਮਿਕਾ ਅਦਾ ਕਰ ਰਹੀਆਂ ਨੇ? ਦੇਖੋ ਜੀ, ਜੇ ਇਹ ਬਹੁਤ ਵੱਡੀ ਗੱਲ ਹੈ, ਜਿਹੜੇ 3 ਕਾਨੂੰਨ, ਇਹ ਕਿਸਾਨ ਜਥੇਬੰਦੀਆਂ ਦੀ ਹੀ ਇੱਕ ਰੋਲ ਆ, ਜਿਹੜਾ ਕਿ ਉੱਥੇ 8 ਮਹੀਨੇ ਹੋ ਗਏ ਬਾਰਡਰ ਤੇ ਬੈਠਿਆਂ ਨੂੰ। ਕਿਸਾਨ ਜਥੇਬੰਦੀਆਂ ਬਹੁਤ ਵੱਡਾ ਇੱਕ ਰੋਲ ਅਦਾ ਕਰ ਰਹੀਆਂ ਨੇ ਪੰਜਾਬ ਦੇ ਕਿਸਾਨ ਨੂੰ ਬਚਾਉਣ ਲਈ। ਉਹ ਕਿਸਾਨ ਦੇ ਬਚਾਉਣ ਵਾਸਤੇ ਉੱਥੇ ਬਾਰਡਰ ਤੇ ਬੈਠੀਆਂ ਨੇ, ਕਿਸਾਨ ਜਥੇਬੰਦੀਆਂ ਹੀ ਅੱਗੇ ਅਗਵਾਈ ਕਰ ਰਹੀਆਂ ਨੇ ਜੀ। ਢਿੱਲੋਂ ਸਾਹਿਬ, ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਦੇ ਵਿੱਚ ਕਿਹਾ ਜਾਂਦਾ ਸੀ ਕਿ ਕਿਸਾਨ ਬਹੁਤ ਪੜ੍ਹਿਆ ਲਿਖਿਆ ਆ ਜੀ, ਇਹ ਤਾਂ ਜੀ ਫਲਾਣੀਆਂ ਗੱਡੀਆਂ 'ਚ ਘੁੰਮਦੇ ਆ ਜੀ, ਇਹ ਤਾਂ ਟਰੈਕਟਰਾਂ 'ਚ ਘੁੰਮਦੇ ਆ ਜੀ, ਇਹ ਤਾਂ ਪੀਜ਼ੇ ਖਾਂਦੇ ਆ ਜੀ, ਇਹ ਤਾਂ ਅੰਗਰੇਜ਼ੀ ਲਿਖਦੇ ਆ ਜੀ। ਸੋ ਉਹ ਚੀਜ਼ਾਂ ਉਦੋਂ ਮੈਨੂੰ ਲੱਗਦਾ ਆ ਕਿ ਪ੍ਰਤੱਖ ਨਜ਼ਰ ਆਉਣਗੀਆਂ ਜਦੋਂ ਕਿਸਾਨ ਨਾਲੇ ਤਾਂ ਅੰਦੋਲਨ ਬਰਾਬਰ ਚਲਾ ਰਿਹਾ ਕਿ ਭਾਈ MSP ਸਾਡੀ ਰੱਖੋ, ਪਰ ਨਾਲ ਕਾਲੇਕਾ ਸਾਹਿਬ ਵਰਗੇ ਸਿਆਣੇ ਬੰਦਿਆਂ ਦੇ ਸੁਝਾਅ ਮੰਨ ਕੇ ਜ਼ਮੀਨ ਹੇਠਲਾ ਜਿਹੜਾ ਪਾਣੀ ਦਾ ਪੱਧਰ ਆ ਉਹਨੂੰ ਉੱਚਾ ਕਰਨ ਲਈ ਉਪਰਾਲੇ ਵੀ ਕਰੂਗਾ ਤੇ ਉਹਨੂੰ ਜ਼ੋਨਸ ਦੇ ਵਿੱਚ ਵੰਡੂਗਾ ਤੇ ਛੋਟੇ ਕਿਸਾਨ ਇਕੱਠੇ ਹੋ ਕੇ
ਆਪਣਾ ਇੱਕ ਗਰੁੱਪ ਬਣਾ ਕੇ ਕਹਿਣ ਭਾਈ ਅਸੀਂ ਫਲਾਣੀ ਕੰਪਨੀ ਨੂੰ ਆ ਚੀਜ਼ ਵੇਚਣੀ ਹੈ, ਬਿਲਕੁਲ। ਕਿਸਾਨ ਨਹੀਂ ਫਿਰ ਉੱਥੇ ਜਾਊਗਾ, ਕੰਪਨੀਆਂ ਇੱਥੇ ਆਣਗੀਆਂ, ਉਦੋਂ ਬੋਲੀ ਲੱਗੂਗੀ ਜੀ। ਉਹ ਬਿਲਕੁਲ ਸਹੀ ਆ। ਦੋਵੇਂ ਚੀਜ਼ਾਂ ਪੈਰਲਲ ਬਿਲਕੁਲ ਚੱਲਣੀਆਂ ਠੀਕ ਕਹਿ ਰਿਹਾ ਚਾਹੀਦੀਆਂ। ਟਾਲੂਵਾਲ ਸਾਹਿਬ। ਸੂਬਾ ਸਰਕਾਰਾਂ ਨੇ ਕਦੇ ਤੁਹਾਨੂੰ ਬਹਿ ਕੇ ਰਾਏ ਲਈ ਆ ਵੀ ਖੇਤੀ 'ਚ ਕਿਵੇਂ ਸੁਧਾਰ ਹੋ ਸਕਦਾ? ਨਹੀਂ ਜੀ, ਕਦੇ ਆਹ ਸਭ ਤੋਂ ਵੱਡੀ ਗੱਲ ਉਹੀ ਹੈ ਜੀ ਕਿ ਜਿਹੜਾ ਬੰਦਾ ਕਹਿੰਦੇ ਆ ਕਿ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੁੰਦਾ, ਕਈ ਵਾਰੀ ਉਹਨੂੰ ਐਜੂਕੇਸ਼ਨ ਮਿਨਿਸਟਰ ਬਣਾ ਦਿੱਤਾ ਜਾਂਦਾ ਜੀ ਕਈ ਸਰਕਾਰਾਂ 'ਚ, ਤੇ ਜਿਹੜਾ ਕੋਈ ਸਪੋਰਟਸ ਦਾ ਜਿਹਦਾ ਕੋਈ ਲੈਣ ਦੇਣ ਨਹੀਂ ਹੁੰਦਾ ਉਹਨੂੰ ਸਪੋਰਟਸ ਮੰਤਰੀ ਬਣਾ ਦਿੱਤਾ ਜਾਂਦਾ ਜੀ। ਸੋ ਅਰਵਿੰਦਰ ਜੀ, ਅਸਲ ਦੇ ਵਿੱਚ ਇੱਕੋ ਹੀ ਲਾਈਨ 'ਚ ਮੈਂ ਗੱਲ ਕਹਾਂਗਾ ਕਿ ਸਰਕਾਰਾਂ ਜ਼ਮੀਨੀ ਪੱਧਰ ਦੀ ਹਕੀਕਤ ਤੇ ਨਹੀਂ ਜਾਂਦੀਆਂ, ਜਿਹੜੇ ਕਾਲੇਕਾ ਸਾਹਿਬ ਵਰਗੇ ਚੰਗੀ ਰਾਏ ਦੇ ਸਕਦੇ ਆ। ਹੁਣ ਖੇਤੀ ਦਾ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲ ਆ, ਜੇ ਇਹੋ ਜਿਹੇ ਅਗਾਂਹ ਵਧੂ ਸੋਚ ਵਾਲੇ ਕਿਸਾਨਾਂ ਨੂੰ ਬਹਿ ਕੇ ਰਾਏ ਲਈ ਜਾਵੇ, ਨਾ ਕਿ ਠੰਡੇ ਕਮਰਿਆਂ ਦੇ ਵਿੱਚ ਬੈਠ ਕੇ ਜਿਹੜੀ ਲਾਲ ਫੀਤਾਸ਼ਾਹੀ ਰਾਏ ਦਿੰਦੀ ਹੈ, ਉਹਦੀ ਥਾਂ ਤੇ ਜੇ ਜ਼ਮੀਨੀ ਹਕੀਕਤ ਤੇ ਆਤਾ ਜਾਵੇ ਤਾਂ ਅਸੀਂ ਪੰਜਾਬ ਦੇ ਵਿੱਚੋਂ ਹੀ ਫੇਰ ਦੁਬਾਰਾ ਪੰਜਾਬ ਨੂੰ ਸਭ ਤੋਂ ਮੋਹਰੀ ਸੂਬਾ ਬਣਾਉਣ ਸਕਦੇ ਹਾਂ। ਆਖਰੀ ਗੱਲ ਹੈ, ਨਾਲੇ ਵਿਗਿਆਨ ਦਾ ਯੁੱਗ ਆ, ਜਿਹੜੇ ਅੱਜ ਕੱਲ੍ਹ ਕਿਸਾਨਾਂ ਦੇ ਬੱਚੇ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹ ਜਦ ਗਰੁੱਪ ਬਣ ਕੇ ਛੋਟੇ ਕਿਸਾਨਾਂ ਦੇ ਮਾਰਕੀਟਿੰਗ ਦੇ ਵਿੱਚ ਇੰਟਰਨੈਟ ਦੇ ਰਾਹੀਂ ਉਹ ਬਹੁਤ ਵਧੀਆ ਤਰੀਕੇ ਨਾਲ ਮੰਡੀਕਰਨ ਵੀ ਕਰ ਸਕਦੇ ਨੇ। ਇੱਕ ਵਿਗਿਆਨ ਦੇ ਵਿੱਚ ਆ ਕੇ ਜੇ ਸਰਕਾਰ ਥੋੜ੍ਹਾ ਜਿਹਾ ਸਾਥ ਦੇਵੇ ਤਾਂ ਸਾਰੇ ਬੰਦਿਆਂ ਨੂੰ ਰੁਜ਼ਗਾਰ ਮਿਲ ਸਕਦਾ। ਅੱਜ ਉਹ ਜਿਹੜੇ ਬਾਹਰਲੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾ ਰਹੇ ਨੇ ਵਿਆਹ ਕਰਵਾ ਕੇ ਜਾਂ 2 ਨੰਬਰ 'ਚ ਜੋ ਪੰਜਾਬ ਦਾ ਚੱਲ ਰਿਹਾ, ਉਹ ਤੋਂ ਵੀ ਇੱਕ ਆਪਾਂ ਨੂੰ ਸੋਚਣਾ ਪੈਣਾ, ਤੇ ਉਹ ਵੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਸੂਬੇ ਦੀ ਤਰੱਕੀ ਲਈ ਯੋਗਦਾਨ ਪਾ ਸਕਦੇ ਨੇ। ਯਾਨੀ ਕਿ ਤਕਨੀਕ ਦਾ ਇਸਤੇਮਾਲ ਕਰੀਏ, ਸੂਝ ਦਾ ਇਸਤੇਮਾਲ ਕਰੀਏ। ਸੋ ਅੱਜ ਲਈ ਢਿੱਲੋਂ ਸਾਹਿਬ ਮੇਰੇ ਖਿਆਲ ਆਪਾਂ ਇਜਾਜ਼ਤ ਲਈਏ ਜੀ ਹੁਣ ਕਾਲੇਕਾ ਸਾਹਿਬ ਤੋਂ। ਕਾਲੇਕਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਸੀਂ ਜਿਹੜਾ ਮੈਨੂੰ ਤੁਸੀਂ ਇੱਥੇ ਲਿਆ ਕੇ ਸਾਰੇ ਪੂਰੀ ਉਮੀਦ ਆ ਅਰਵਿੰਦਰ ਜੀ ਕਿ ਸਾਡੇ ਜਿਹੜੇ ਦਰਸ਼ਕ ਆ ਪੰਜਾਬ ਦੇ ਕਾਲੇਕਾ ਸਾਹਿਬ ਦੀ ਇਸ ਗੱਲਬਾਤ ਦੇ ਵਿੱਚੋਂ ਜ਼ਰੂਰ ਲਾਹਾ ਖੱਟਣਗੇ। ਬਿਲਕੁਲ ਲਾਹਾ ਖੱਟਣਗੇ। ਤੇ ਮੈਂ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਕੋਸ਼ਿਸ਼ ਕਰਿਓ ਅਜਿਹੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਿਓ, ਵੱਧ ਤੋਂ ਵੱਧ ਇਹਨੂੰ ਪ੍ਰੋਗਰਾਮ ਨੂੰ ਸ਼ੇਅਰ ਕਰਿਓ ਤਾਂ ਕਿ ਕਿਤੇ ਨਾ ਕਿਤੇ ਸਰਕਾਰੀ ਦਰਬਾਰੇ ਜਾਂ ਚੰਗੀ ਸੋਚ ਰੱਖਣ ਵਾਲੇ ਲੋਕਾਂ ਤੱਕ, ਜਿਹੜੇ ਅਗਾਂਹ ਵਧਣਾ ਚਾਹੁੰਦੇ ਆ, ਜਿਹੜੇ ਅੱਜ ਜੇ ਲੱਖ ਰੁਪਈਆ ਕਿੱਲੇ 'ਚੋਂ ਕੱਢ ਰਹੇ ਆ ਤਾਂ ਉਹ 2.5 ਲੱਖ 3 ਲੱਖ ਕਿੱਦਾਂ ਕੱਢਣ, ਉਹ ਇਹੀ ਤਰੀਕੇ ਨੇ ਕਿ ਅਸੀਂ ਆਪਣੇ ਖਰਚੇ ਘਟਾਈਏ। ਇਸ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰਿਓ ਤੇ D5 ਚੈਨਲ ਪੰਜਾਬੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਫੇਸਬੁੱਕ ਦੇ ਉੱਤੇ ਲਾਈਕ ਕਰੋ ਤਾਂ ਕਿ ਅਸੀਂ ਵੀ ਅਜਿਹੇ ਪ੍ਰੋਗਰਾਮ ਹੋਰ ਲਿਆਂਦੇ ਰਹੀਏ ਤਾਂ ਕਿ ਸਾਡਾ ਉਤਸ਼ਾਹ ਵੱਧਦਾ ਰਹੇ। ਜਿੱਦਾਂ ਕਹਿੰਦੇ ਆ ਕਿ ਜੇ ਕੋਈ ਗਾਇਕ ਹੋਵੇ ਜਾਂ ਪਰਫਾਰਮਰ ਹੋਵੇ ਉਹਨੂੰ ਤਾੜੀਆਂ ਦੀ ਲੋੜ ਹੁੰਦੀ ਹੈ, ਡਿਜੀਟਲ ਯੁੱਗ ਆ ਭਾਈ, ਇਹਦੇ 'ਚ ਲਾਈਕਸ ਦੀ ਜਾਂ ਸਬਸਕ੍ਰਿਪਸ਼ਨ ਦੀ ਲੋੜ ਹੁੰਦੀ ਹੈ। ਸੋ ਉਹਦੇ ਲਈ ਅਸੀਂ ਪਹਿਲਾਂ ਹੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।